सर हाँ जी सर एक ना ਜਿਹੜਾ ਸਿਗਨੀਫੀਕੈਂਟ ਫਿਗਰ ਸੀ ਉਹ ਚ ਦੋ ਡਾਊਟ ਨੇ ਉਹ ਸ਼ਾਮਿਲ ਹੋਣਗੇ ਉਹ ਸ਼ਾਮਿਲ ਲਵਾਂਗੇ ਉਹ ਸਭ ਗੱਲਾਂ ਸਾਹਮਣੇ ਨੇ ਓਕੇ ਸਰ ਹੁਣ ਆ ਜਿਹੜਾ ਹੈਗਾ ਵਾ ਪ੍ਰੋਜੈਕਟਾਈਲ ਮੋਸ਼ਨ ਤੁਹਾਨੂੰ ਕਰਵਾਇਆ ਸੀ ਮੈਂ ਤੁਹਾਨੂੰ ਕਰਵਾਇਆ ਸੀ ਕਿਸ ਤਰ੍ਹਾਂ ਮੰਨ ਲਓ ਆ ਆਪਾਂ ਪ੍ਰੋਜੈਕਟਾਈਲ ਆ ਇਸ ਤੋਂ ਸਰਫੇਸ ਤੋਂ ਮੰਨ ਲਓ ਜੇ ਪ੍ਰੋਜੈਕਟ ਕਰਦੇ ਆ ਕਿਸੇ ਵੀ ਵੈਲੋਸਿਟੀ u ਦੇ ਨਾਲ ਕਰਿਆ ਸੀ ਆਪਾਂ ਇਥੋਂ ਤੇ ਉਹ ਕਿਸੇ ਐਂਗਲ ਥੀਟਾ ਤੇ ਜੇ ਪ੍ਰੋਜੈਕਟ ਕੀਤਾ ਜਾਵੇ ਤਾਂ ਠੀਕ ਹੈ ਨਾ ਕੁਝ ਜਿਹੜੀ ਬੇਸਿਕ ਗੱਲਾਂ ਦੱਸਣ ਜਾ ਰਿਹਾ ਬਸ ਤੇ ਆਪਾਂ ਇਹਨੂੰ ਕੀਤਾ ਸੀ ਕਿ ਜੇ ਇੱਥੋਂ ਪ੍ਰੋਜੈਕਟ ਕਰਾਂਗੇ ਤਾਂ ਆ ਜਾ ਕੇ ਇਸ ਤਰ੍ਹਾਂ ਪੈਰਾਬੋਲਿਕ ਪਾਥ ਲੈ ਕੇ ਇੱਥੇ ਗਿਰੇਗਾ ਆ ਸਭ ਤੋਂ ਉੱਪਰਲੇ ਪੁਆਇੰਟ ਨੂੰ ਆਪਾਂ A ਲਿਆ ਸੀਗਾ ਇਧਰਲੇ ਪੁਆਇੰਟ ਨੂੰ ਆਪਾਂ B ਲਿਆ ਸੀਗਾ ਇਧਰਲੇ ਪੁਆਇੰਟ ਨੂੰ ਜਿੱਥੋਂ ਸਟਾਰਟ ਕੀਤਾ ਇਹਨੂੰ O ਕਹਿਤਾ ਸੀਗਾ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜਾ ਇਹਦੇ ਚ ਆ ਜਿਹੜੀ u ਵੈਲੋਸਿਟੀ ਹੈ u ਦਾ ਮੈਗਨੀਟਿਊਡ u ਕਾਂਸਟੈਂਟ ਹੈ ਹਨਾ u ਵੈਲੋਸਿਟੀ ਜਿਹੜੀ ਹੈ u ਵੈਕਟਰ ਲਿਖਦੇ ਆਪਾਂ ਪਰ ਜੇ ਮੈਗਨੀਟਿਊਡ ਦੀ ਗੱਲ ਕਰੋ ਕਿ ਲੈਂਥ ਦੀ ਗੱਲ ਕਰੋ ਤਾਂ ਕੱਲਾ u ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਦੋ ਕੰਪੋਨੈਂਟ ਬਣਾਏ ਸੀ ਇੱਕ ਕੰਪੋਨੈਂਟ ਇਹਦਾ ਬਣਾਇਆ ਸੀ ਇੱਥੋਂ ਆਪਾਂ ਹੌਰੀਜ਼ੌਂਟਲ ਕੰਪੋਨੈਂਟ ਇੱਕ ਬਣਾਇਆ ਸੀ ਇਹਦਾ ਵਰਟੀਕਲ ਕੰਪੋਨੈਂਟ ਤੇ ਤੁਹਾਨੂੰ ਯਾਦ ਹੋਣਾ ਹੈ ਵਰਟੀਕਲ ਕੰਪੋਨੈਂਟ ਤੇ ਇਹ ਕੰਪੋਨੈਂਟ ਕਿੰਨੇ ਕਿੰਨੇ ਆਏ ਸੀ ਜਿਹੜਾ ਹੌਰੀਜ਼ੌਂਟਲ ਕੰਪੋਨੈਂਟ ਆਇਆ ਸੀ ਆਪਣਾ ਉਹ ਕਿੰਨਾ ਸੀਗਾ u cos theta ਤੇ ਜਿਹੜਾ ਵਰਟੀਕਲ ਕੰਪੋਨੈਂਟ ਆਇਆ ਸੀ ਆਪਣਾ ਇਟ ਵਾਸ u sin theta ਫਿਰ ਮੈਂ ਤੁਹਾਨੂੰ ਕਿਹਾ ਸੀ ਜਦੋਂ ਵਰਟੀਕਲ ਮੋਸ਼ਨ ਕੰਸੀਡਰ ਕਰਨਾ ਤੁਸੀਂ ਵਰਟੀਕਲ ਮੋਸ਼ਨ ਤਾਂ ਵਰਟੀਕਲ ਮੋਸ਼ਨ ਕੰਸੀਡਰ ਕਰਦੇ ਹੋਏ ਹਮੇਸ਼ਾ ਹੀ ਇਨੀਸ਼ੀਅਲ ਵੈਲੋਸਿਟੀ ਜਿਹੜੀ ਹੈ ਉਹ ਕਿੰਨੀ ਲੈਣੀ ਆ u sin theta ਲੈਣੀ ਆ ਠੀਕ ਹੈ ਇਹ ਮੈਂ ਤੁਹਾਨੂੰ ਕਿਹਾ ਸਿੰਬਲ ਨਹੀਂ u ਯੂਜ਼ ਕਰਨਾ u ਇੱਥੇ ਲੈ ਚੁੱਕੇ ਹੁਣ ਇਹਨੂੰ ਇਨੀਸ਼ੀਅਲ ਵੈਲੋਸਿਟੀ ਐਂ ਲਿਖ ਦੋਗੇ ਇਨੀਸ਼ੀਅਲ ਵੈਲੋਸਿਟੀ u sin theta ਤੇ ਇਹ ਜਿਹੜਾ ਇਹ ਮੋਸ਼ਨ ਐਕਸਲਰੇਟਡ ਮੋਸ਼ਨ ਇੱਥੇ ਐਕਸਲਰੇਸ਼ਨ ਕਿੰਨੀ ਹੋਏਗੀ ਜੇ ਆਪਾਂ O ਤੋਂ ਲੈ ਕੇ ਸਿਰਫ A ਤੱਕ ਕੰਸੀਡਰ ਕਰੀਏ ਅੱਧਾ ਮੋਸ਼ਨ ਤਾਂ ਇਸ ਪਾਸੇ ਹੋਏਗੀ -g ਇਸ ਪਾਸੇ ਹੋਏਗੀ +g ਸਿੰਬਲਸ ਦੇ ਵਿੱਚ ਨਿਊਮੈਰੀਕਲਸ ਦਾ ਆਪਾਂ ਜੋ ਕਰਦੇ ਹੀ ਆ ਤੇ ਆਪਾਂ ਇੱਥੇ ਅੱਧਾ ਮੋਸ਼ਨ ਪਹਿਲਾਂ ਹੀ ਕੰਸੀਡਰ ਕਰਦੇ ਬਾਕੀ ਤਾਂ ਕਰਨ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਤੇ ਆਪਾਂ ਨੂੰ ਪਤਾ O ਤੋਂ ਲੈ ਕੇ A ਤੱਕ ਫਾਈਨਲ ਵੈਲੋਸਿਟੀ ਆਪਾਂ ਲੈਣੇ ਆ 0 ਇੱਥੇ ਤੇ ਇਨੀਸ਼ੀਅਲ ਜਿਹੜੀ ਆ ਵੈਲੋਸਿਟੀ ਹੈ ਘਟਦੀ ਜਾਂਦੀ ਹੈ ਹਨਾ ਘਟਦੀ ਜਾਂਦੀ ਹੈ ਤੇ ਇੱਥੇ ਆ ਕੇ 0 ਹੋ ਜਾਂਦੀ ਹੈ ਫਿਰ ਇੱਥੇ ਆ ਕੇ ਫਿਰ ਨੀਚੇ ਨੂੰ ਹੋ ਜਾਂਦੀ ਹੈ ਇਹ ਸਾਰੀ ਡਿਸਕਸ਼ਨ ਜਿਹੜੀ ਹੈ ਤੁਹਾਨੂੰ ਮੈਂ ਉੱਥੇ ਦਿੱਤੀ ਹੋਈ ਆ ਜਦੋਂ ਆਪਾਂ ਕਰ ਰਹੇ ਸੀ ਪ੍ਰੋਜੈਕਟਾਈਲ ਮੋਸ਼ਨ ਉਹ ਵਾਲਾ ਜੇ ਕਿਸੇ ਨੇ ਰਿਮਾਈਂਡ ਕਰਨਾ ਹੋਵੇ ਤਾਂ ਮੈਨੂੰ ਦੱਸਿਓ ਮੈਂ ਅੱਜ ਹੀ ਪ੍ਰੋਜੈਕਟਾਈਲ ਮੋਸ਼ਨ ਉਹ ਵਾਲਾ ਲੈਕਚਰ ਉਹ ਸੰਡੇ ਵਾਲਾ ਵੀ ਲੱਭ ਕੇ ਤੁਹਾਨੂੰ ਉਹ ਵੀ ਭੇਜ ਦੂੰਗਾ ਤੇ ਉਹਦੇ ਨਾਲ ਫਿਰ ਅੱਜ ਵਾਲਾ ਭੇਜ ਦੂੰਗਾ ਤਾਂ ਕਿ ਪ੍ਰੋਜੈਕਟਾਈਲ ਮੋਸ਼ਨ ਦੀ ਪੂਰੀ ਡਿਸਕਸ਼ਨ ਇਕੱਠੀ ਹੋ ਜਾਵੇ ਤੇ ਤੁਸੀਂ ਉਹ ਦੋਨਾਂ ਨੂੰ ਇਕੱਠੇ ਦੇਖ ਸਕੋ ਜਾਂ ਪਹਿਲਾ ਵਾਲਾ ਵੀ ਦੇਖ ਸਕੋ ਇਸ ਤੋਂ ਪਹਿਲਾਂ ਹੁਣ ਕਿਉਂਕਿ ਮੈਂ ਉਹ ਕਰਵਾ ਚੁੱਕਾ ਸੀ ਮੈਂ ਉੱਥੋਂ ਹੀ ਗੱਲ ਸ਼ੁਰੂ ਕਰਨ ਜਾ ਰਿਹਾ ਹਾਂ ਤੇ ਤੁਹਾਨੂੰ ਪਤਾ ਹੌਰੀਜ਼ੌਂਟਲ ਮੋਸ਼ਨ ਜਿਹੜਾ ਹੁੰਦਾ ਇਹ 'ਚ ਹੌਰੀਜ਼ੌਂਟਲ ਮੋਸ਼ਨ ਕੀ ਹੁੰਦਾ ਉਹ ਯੂਨੀਫਾਰਮ ਮੋਸ਼ਨ ਹੁੰਦਾ ਉਹਦੀ ਵੈਲੋਸਿਟੀ ਹੁੰਦੀ ਹੈ ਇਨੀਸ਼ੀਅਲ ਵੈਲੋਸਿਟੀ ਫਾਈਨਲ ਵੈਲੋਸਿਟੀ ਹੁੰਦੀ ਉਹ u cos theta ਹੁੰਦੀ ਦੈਟਸ ਇਟ ਉਹ ਕਦੇ ਵੀ ਨਹੀਂ ਬਦਲਦੀ ਸੋ ਹੌਰੀਜ਼ੌਂਟਲ ਕੰਪੋਨੈਂਟ ਜਿਹੜਾ ਹੁੰਦਾ ਹੈ ਆਪਾਂ ਇਹ ਗੱਲ ਕਰਦੇ ਹਾਂ ਵੀ ਆ ਇੰਨੀ ਹੀ ਰਹਿੰਦੀ ਹੈ u cos theta ਰਹਿੰਦੀ ਹੈ ਇੱਥੇ ਵੀ ਉਹ ਨਹੀਂ ਰਹੇਗੀ u cos theta ਰਹੇਗੀ ਇੱਥੇ ਵੀ ਉਹ ਨਹੀਂ ਰਹੇਗੀ ਇੱਥੇ ਵੀ ਉਹ ਨਹੀਂ ਰਹੇਗੀ ਸੋ ਇਨੀਸ਼ੀਅਲ ਕਿਹੜੇ ਮਰਜ਼ੀ ਪੁਆਇੰਟ ਤੇ ਲੈ ਲਓ u cos theta ਹੀ ਰਹਿਣੀ ਹੈ ਹਮੇਸ਼ਾ ਜਿਹੜੀ ਹੌਰੀਜ਼ੌਂਟਲ ਇਸ ਲਈ ਹੌਰੀਜ਼ੌਂਟਲ ਜਿਹੜਾ ਆਪਣਾ ਮੋਸ਼ਨ ਹੈ ਉਹਨੂੰ ਆਪਾਂ ਯੂਨੀਫਾਰਮ ਮੋਸ਼ਨ ਲੈਣੇ ਆ ਇਸ ਡਾਇਰੈਕਸ਼ਨ 'ਚ ਤੇ ਜਿਹੜਾ ਵਰਟੀਕਲ ਮੋਸ਼ਨ ਹੈਗਾ ਉਹਨੂੰ ਆਪਾਂ ਲੈਣੇ ਆ ਐਕਸਲਰੇਟਡ ਮੋਸ਼ਨ ਤੇ ਉਹਨਾਂ ਦੋਨਾਂ ਨੂੰ ਮਿਲਾ ਕੇ ਆਪਣਾ ਪ੍ਰੋਜੈਕਟਾਈਲ ਮੋਸ਼ਨ ਬਣਿਆ ਸੀ ਸੋ ਫਿਲਹਾਲ ਜਿਹੜੀ ਮੈਂ ਗੱਲ ਡਿਸਕਸ ਕਰ ਚੁੱਕਾ ਸੀ ਮੈਂ ਉਹਦੀ ਹੀ ਗੱਲ ਕਰਨ ਜਾ ਰਿਹਾ ਤੁਹਾਡੇ ਨਾਲ ਉਹ ਕੀ ਸੀ ਰੀਜ਼ਨ ਕੀ ਦੱਸਿਆ ਸੀ ਤੁਸੀਂ ਕਰ ਚੁੱਕੇ ਸੀ ਬਸ ਜਿਹੜੀ ਆਪਾਂ ਡਾਇਰੈਕਟਲੀ ਯੂਜ਼ ਕਰ ਸਕਦੇ ਜਿਹੜੀ ਪੂਰੇ ਮੋਸ਼ਨ ਦੇ ਵਿੱਚ ਇੱਕ ਖਾਸ ਮੂਵਮੈਂਟ ਤੇ ਆਪਾਂ ਨੂੰ ਇਨਫੋਰਮੇਸ਼ਨ ਦਿੰਦੀ ਹੈ ਇੱਕ ਤਾਂ ਸੀ ਦੇਖੋ ਹਾਂਜੀ ਯੋਗੇਸ਼ u cos theta ਮਤਲਬ ਕਿ ਸੇਮ ਹੀ ਰਹਿੰਦੀ ਹੈ ਸਰ ਇਹਦਾ ਰੀਜ਼ਨ ਕੀ ਦੱਸਿਆ ਸੀ ਕਿਉਂਕਿ ਲੈਫਟ ਸਾਈਡ ਨੂੰ ਕੋਈ ਹੋਰ ਉਹਨੂੰ ਫੋਰਸ ਤਾਂ ਲੱਗ ਨਹੀਂ ਰਿਹਾ ਉਹਨੂੰ ਸਿਰਫ ਇੱਕ ਵਰਟੀਕਲ ਫੋਰਸ ਲੱਗ ਰਿਹਾ ਵਾ ਗ੍ਰੈਵਿਟੇਸ਼ਨ ਦਾ ਠੀਕ ਹੈ ਨਾ ਉਹਦੇ ਕਰਕੇ ਉਹਦੀ ਵਰਟੀਕਲ ਕੰਪੋਨੈਂਟ ਆਫ ਵੈਲੋਸਿਟੀ ਅਲੱਗ-ਅਲੱਗ ਬਿਹੇਵ ਕਰਦਾ ਜਿਵੇਂ ਕਹਿੰਦਾ ਇਹੀ ਹੈ ਕਿ ਆਪਾਂ ਜਦੋਂ ਕੋਈ ਆਬਜੈਕਟ ਹੈ ਉਹਦੀ ਜਿਹੜਾ ਹੌਰੀਜ਼ੌਂਟਲ ਕੰਪੋਨੈਂਟ ਹੈ ਹੌਰੀਜ਼ੌਂਟਲ ਕੰਪੋਨੈਂਟ ਨੂੰ ਹੌਰੀਜ਼ੌਂਟਲ ਕੋਈ ਫੋਰਸ ਲੱਗੇਗਾ ਤਾਂ ਹੀ ਉਹਨੂੰ ਫਰਕ ਪਏਗਾ ਨਾ ਤੇ ਵਰਟੀਕਲੀ ਉਹਨੂੰ ਫੋਰਸ ਲੱਗ ਰਿਹਾ ਨੀਚੇ ਗ੍ਰੈਵਿਟੀ ਦਾ ਹਮੇਸ਼ਾ ਇਸ ਲਈ ਉਹ ਜਿਹੜੀ ਆਹ ਵਾਲੀ ਕੰਪੋਨੈਂਟ ਹੈ ਇਹ ਘਟਦੀ ਜਾਏਗੀ ਤੇ ਹੌਰੀਜ਼ੌਂਟਲ ਕੰਪੋਨੈਂਟ ਨੂੰ ਕੋਈ ਫੋਰਸ ਲੱਗ ਹੀ ਨਹੀਂ ਹੈ ਉਹ ਸੇਮ ਹੀ ਰਹੇਗੀ ਹਮੇਸ਼ਾ ਤੇ ਬਾਕੀ ਤੁਸੀਂ ਦੁਬਾਰਾ ਚੰਗੀ ਤਰ੍ਹਾਂ ਜਦੋਂ ਉਹ ਵਾਲਾ ਵੀਡੀਓ ਦੇਖੋਗੇ ਤੁਹਾਨੂੰ ਹੋਰ ਬੈਟਰ ਡਿਟੇਲ 'ਚ ਪਤਾ ਲੱਗ ਜਾਏਗੀ ਇਹੀ ਗੱਲ ਪਰ ਫਿਲਹਾਲ ਤਾਂ ਮੈਂ ਇਹਨੂੰ ਇੱਥੋਂ ਪਿਕ ਕਰ ਰਿਹਾ ਜਿੱਥੇ ਮੈਂ ਛੱਡਿਆ ਸੀ ਤੇ ਇਹ 'ਚ ਆਪਾਂ ਕੀ ਪਤਾ ਕੀਤਾ ਸੀ ਆਪਾਂ ਇੱਕ ਤਾਂ ਪਤਾ ਕੀਤੀ ਸੀ ਚੀਜ਼ ਦੇਖੋ ਹੌਰੀਜ਼ੌਂਟਲ ਰੇਂਜ
ਸਰ ਸਭ ਤੋਂ ਪਹਿਲਾਂ ਟਾਈਮ ਆਫ ਫਲਾਈਟ ਪਤਾ ਕੀਤੀ ਸੀ ਨਾ, ਤੇ ਤੁਹਾਨੂੰ ਮੈਂ ਦੱਸਿਆ ਸੀ ਟਾਈਮ ਆਫ ਫਲਾਈਟ ਕੀ ਹੁੰਦਾ, ਵੀ ਜਿੰਨੀ ਦੇਰ ਤੱਕ ਉਹ ਹਵਾ ਵਿੱਚ ਰਹੇਗਾ। ਜਿਵੇਂ ਇੱਥੋਂ ਸਟਾਪ ਵਾਚ ਆਨ ਕਰੋ, ਜਦੋਂ ਗਿਰਿਆ ਨੀਚੇ ਤਾਂ ਸਟਾਪ ਵਾਚ ਬੰਦ ਕਰੋ ਤਾਂ ਟਾਈਮ ਆਫ ਫਲਾਈਟ ਆ ਜਾਂਦਾ। ਟਾਈਮ ਆਫ ਫਲਾਈਟ ਕਿੰਨਾ ਆਉਂਦਾ ਸੀ 2u sin θ by g, ਇਹ ਕੈਲਕੂਲੇਟ ਕੀਤਾ ਸੀ ਆਪਾਂ, ਬਹੁਤ ਸੌਖਾ ਸੀ ਇਹ। ਸਿਰਫ ਆਪਾਂ ਵਰਟੀਕਲ ਮੋਸ਼ਨ ਨੂੰ ਕੰਸੀਡਰ ਕੀਤਾ ਸੀ O ਤੋਂ A, ਇੱਥੇ ਇਹਦਾ ਫਾਈਨਲ ਵੈਲੋਸਿਟੀ 0 ਆ ਰਹੇਗੀ ਵਰਟੀਕਲ ਵਾਲੀ, ਇੱਥੇ ਵਰਟੀਕਲ ਵਾਲੀ u sin θ ਹੋਏਗੀ, ਇੱਥੇ ਵਰਟੀਕਲ ਵੈਲੋਸਿਟੀ 0 ਹੋਏਗੀ। ਤੇ ਆਪਾਂ ਮੰਨ ਲਿਆ ਸੀ ਮੰਨ ਲਓ ਟਾਈਮ ਇੱਥੋਂ ਲੱਗਦਾ t/2, ਕਿਉਂਕਿ ਜੇ ਟਾਈਮ ਆਫ ਫਲਾਈਟ t ਹੈ ਤਾਂ ਇੱਥੋਂ t/2 ਟਾਈਮ ਲੱਗੇਗਾ O ਤੋਂ ਲੈ ਕੇ A ਤੱਕ, ਤੇ t/2 ਟਾਈਮ ਲੱਗੇਗਾ A ਤੋਂ ਲੈ ਕੇ B ਤੱਕ ਆਉਣ। ਇੱਥੋਂ ਲੈ ਕੇ ਆਪਾਂ ਯੂਜ਼ ਕੀਤਾ ਸੀ ਤਾਂ ਆਪਾਂ ਆਹ ਵੀ ਇਕੁਏਸ਼ਨ ਯੂਜ਼ ਕੀਤੀ ਸੀ। ਦੇਖੋ ਥੋੜੀ ਜਿਹੀ ਰਿਮਾਈਂਡਰ ਦੇ ਰਿਹਾ ਮੈਂ, v = u + at ਜਿਹੜੀ ਹੁੰਦੀ ਨਾ, ਆਹ ਇਕੁਏਸ਼ਨ ਨੂੰ ਯੂਜ਼ ਕਰਦੇ ਆਪਾਂ। ਇਹਨੂੰ ਮੈਂ ਬਾਕਸ 'ਚ ਇਸ ਲਈ ਪਾ ਰਿਹਾ ਕਿਉਂਕਿ ਆਹ ਸਿੰਬਲਸ ਇੱਥੇ ਵਰਤੇ ਗਏ ਨੇ, ਇਸ ਲਈ ਇਹ ਕਨਫਿਊਜ਼ਨ ਨਾ ਹੋ ਜਾਵੇ ਕੋਈ। ਫਾਈਨਲ ਵੈਲੋਸਿਟੀ 0, ਇਨੀਸ਼ੀਅਲ ਵੈਲੋਸਿਟੀ ਵਾਸ u sin θ, acceleration was -g, and time was capital T/2, where capital T is the time of flight। ਤਾਂ ਇੱਥੋਂ ਆਪਣੇ ਕੋਲ 2u sin θ by g ਆਇਆ ਸੀ, ਇਹਨੂੰ ਉਧਰ ਕਰਕੇ ਸੋਲਵ। ਹਾਂਜੀ ਗੁਰਾਂਸ਼, ਜਿਹੜਾ ਤੂੰ ਮੈਸੇਜ ਭੇਜਿਆ ਵੀ ਹੌਰੀਜ਼ੌਂਟਲ ਕੰਪੋਨੈਂਟ ਕਿਉਂ ਚੇਂਜ ਨਹੀਂ ਹੁੰਦਾ, ਪਹਿਲੀ ਗੱਲ ਤਾਂ ਹੌਰੀਜ਼ੌਂਟਲ ਕੰਪੋਨੈਂਟ ਇਸ ਲਈ ਚੇਂਜ ਨਹੀਂ ਹੁੰਦਾ ਕਿ ਹੌਰੀਜ਼ੌਂਟਲ ਡਾਇਰੈਕਸ਼ਨ 'ਚ ਕੋਈ ਉਹਨੂੰ ਫੋਰਸ ਲੱਗ ਹੀ ਨਹੀਂ ਰਿਹਾ। ਜਿਵੇਂ ਸਿੰਪਲ ਜੀ ਗੱਲ ਆ, ਕੋਈ ਬਾਡੀ ਕਿਉਂ ਐਕਸਲਰੇਟ ਹੁੰਦੀ ਕਿਸੇ ਡਾਇਰੈਕਸ਼ਨ ਦੇ ਵਿੱਚ, ਜਦੋਂ ਉਹਨੂੰ ਉਸ ਡਾਇਰੈਕਸ਼ਨ 'ਚ ਕੋਈ ਫੋਰਸ ਲੱਗਦਾ ਆ। ਤੁਸੀਂ ਤਾਂ ਬਸ ਵੈਲੋਸਿਟੀ ਉਹਨੂੰ ਪ੍ਰੋਜੈਕਟ ਕਰਕੇ ਛੱਡਤਾ ਪ੍ਰੋਜੈਕਟਾਈਲ ਨੂੰ, ਇਹਦੇ ਬਾਰੇ ਆਪਣੀ ਗੱਲ ਉਦੋਂ ਹੋਈ ਸੀ ਲੈਕਚਰ 'ਚ। ਜਿਵੇਂ ਜੇ ਮੰਨ ਲਓ ਆਹ ਵੈਲੋਸਿਟੀ ਦਾ ਕੰਪੋਨੈਂਟ ਆ u cos θ, ਜੇ ਇਹਨੂੰ ਇਸੇ ਡਾਇਰੈਕਸ਼ਨ 'ਚ ਫੋਰਸ ਲਾਓਗੇ ਹੋ ਤਾਂ ਇਹਨੇ ਵੱਧ ਜਾਣਾ ਵਾ, ਜੇ ਇਹਨੂੰ ਆਪੋਜ਼ਿਟ ਡਾਇਰੈਕਸ਼ਨ 'ਚ ਫੋਰਸ ਲਾਓਗੇ ਇਹਨੇ ਘਟ ਜਾਣਾ ਵਾ ਇੱਥੋਂ। ਪਰ ਜੇ ਹੁਣ ਇਹਨੂੰ ਫੋਰਸ ਹੀ ਨਹੀਂ ਲਾਓਗੇ ਤਾਂ ਨਾ ਵੱਧ ਜਾਣਾ ਨਾ ਘਟ ਜਾਣਾ, ਫਿਰ ਉਹਨੇ ਉਹੀ ਰਹਿਣਾ u cos θ ਹਮੇਸ਼ਾ ਰਹਿਣਾ ਵਾ, ਤੇ ਉਹੀ ਰਹਿੰਦਾ ਉਹ ਹਮੇਸ਼ਾ। ਸੋ ਬੇਸਿਕ ਜਿਹੜੀ ਗੱਲ ਇਹੀ ਆ ਕਿ u cos θ ਕੰਪੋਨੈਂਟ ਨੇ ਕਦੀ ਬਦਲਣਾ ਨਹੀਂ ਹੁੰਦਾ ਇੱਥੇ, ਉਹ ਹਮੇਸ਼ਾ ਯੂਨੀਫਾਰਮ ਮੋਸ਼ਨ ਦੀ ਤਰ੍ਹਾਂ ਕੰਸੀਡਰ ਕਰਾਂਗੇ ਆਪਾਂ। ਵਰਟੀਕਲ ਮੋਸ਼ਨ ਨੂੰ ਐਕਸਲਰੇਟਡ ਤਰ੍ਹਾਂ, ਹੌਰੀਜ਼ੌਂਟਲ ਮੋਸ਼ਨ ਨੂੰ ਯੂਨੀਫਾਰਮ ਮੋਸ਼ਨ ਦੀ ਤਰ੍ਹਾਂ। ਇਹ ਗੱਲ ਤੁਹਾਨੂੰ ਸਮਝਾਈ ਸੀ ਚੰਗੀ ਤਰ੍ਹਾਂ, ਪਤਾ ਨਹੀਂ ਤੁਸੀਂ ਇੱਕਦਮ ਹੀ ਭੁੱਲ ਗਏ ਹੋ ਸਾਰਾ ਕੁਝ। ਹੋਰ ਇੱਕ ਵਾਰ ਥੋੜਾ ਜਿਹਾ ਇੱਕ ਵਾਰ ਥੋੜਾ, ਕਿਉਂਕਿ ਟਾਈਮ ਹੋ ਗਿਆ ਨਾ, ਉਹ ਸੰਡੇ ਨੂੰ ਡਿਸਕਸ ਕੀਤਾ ਸੀ ਆਪਾਂ, ਤਾਂ ਇੱਕ ਵਾਰ ਇਸ ਨੂੰ ਚੰਗੀ ਤਰ੍ਹਾਂ ਦੇਖ ਲਿਓ। ਮੈਂ ਦੁਬਾਰਾ ਉਹ ਵਾਲਾ ਲੈਕਚਰ ਲੱਭ ਕੇ ਭੇਜ ਦੂੰਗਾ ਸਪੈਸ਼ਲ, ਤੁਸੀਂ ਪਰ ਉਸਨੂੰ ਦੇਖ ਲਿਓ ਚੰਗੀ ਤਰ੍ਹਾਂ, ਇਹ ਬਹੁਤ ਜ਼ਰੂਰੀ ਗੱਲ ਆ ਕਿਉਂਕਿ ਇਹ ਕੰਪੋਨੈਂਟਸ ਕਿਵੇਂ ਬਦਲਦੇ ਨੇ, ਨਹੀਂ ਤਾਂ ਤੁਹਾਨੂੰ ਸਾਰੇ ਆ ਰਿਲੇਸ਼ਨ ਪਤਾ ਹੀ ਨਹੀਂ ਲੱਗਣੇ ਕੁਝ। ਨਹੀਂ ਤਾਂ ਮੈਂ ਕਰਾ ਦਿੰਦਾ ਇੱਕ ਵਾਰ ਦੁਬਾਰਾ ਭਾਵੇਂ। ਚਲੋ ਆਹ ਵੈਲੋਸਿਟੀ ਹੈ, ਕਹਿੰਦਾ ਮੈਂ ਤੁਹਾਨੂੰ ਉੱਥੇ ਵੀ ਸਮਝਾਇਆ ਸੀ, ਇੱਥੇ ਵੈਲੋਸਿਟੀ ਸਿਰਫ u ਗਿਵਨ ਹੈ ਤੁਹਾਨੂੰ, ਜਿਹੜੀ ਵੈਲੋਸਿਟੀ ਦਾ ਮੈਗਨੀਟਿਊਡ u ਗਿਵਨ ਹੈ ਕਿ ਕਿੰਨੀ ਵੈਲੋਸਿਟੀ ਨਾਲ ਪ੍ਰੋਜੈਕਟ ਕੀਤਾ ਤੇ ਕਿੰਨੇ ਐਂਗਲ ਤੇ ਪ੍ਰੋਜੈਕਟ ਕੀਤਾ ਹੌਰੀਜ਼ੌਂਟਲ ਨਾਲ, ਬਸ ਆਹ u ਤੇ θ ਗਿਵਨ ਹੁੰਦਾ ਹੈ ਬਸ। ਤੇ ਆਪਾਂ ਜਿਹੜੀ ਚੀਜ਼ਾਂ ਮੇਜਰ ਕਰਦੇ ਆ, ਟਾਈਮ ਆਫ ਫਲਾਈਟ ਕੀ ਹੁੰਦੀ ਹੈ, ਜਿੰਨੇ ਟਾਈਮ ਤੱਕ ਉਹ ਹਵਾ 'ਚ ਰਿਹਾ। ਨੰਬਰ 2, ਕਿੰਨੀ ਉਹਨੇ ਮੈਕਸਿਮਮ ਹਾਈਟ ਅਟੇਨ ਕੀਤੀ ਹੈ, ਮੈਕਸਿਮਮ ਹਾਈਟ ਨਾਟ ਹਾਈਟ, ਤੇ ਕਿੰਨੀ ਉਹਦੀ ਹੌਰੀਜ਼ੌਂਟਲ ਰੇਂਜ ਆਈ ਹੈ, ਵੀ ਕਿੰਨੀ ਦੂਰ ਜਾ ਕੇ ਗਿਰਿਆ ਵਾ। ਆਹ ਬੇਸਿਕ ਗੱਲਾਂ ਆਪਾਂ ਕੀਤੀਆਂ ਸੀਗੀਆਂ ਸਾਰੀਆਂ, ਤੇ ਇਹ ਆਪਾਂ ਡਿਰਾਈਵ ਵੀ ਉੱਥੋਂ ਹੀ ਕੀਤੀਆਂ ਸੀਗੀਆਂ, ਜਿਹੜਾ ਆਪਣਾ ਨਾਰਮਲ ਆਪਣੇ ਕਾਈਨੈਮੈਟਿਕਸ ਤੋਂ। ਪਰ ਗੱਲ ਇੱਥੇ ਇੱਕ ਗੱਲ ਦਾ ਖਿਆਲ ਰੱਖਣਾ ਕਿ ਜਦੋਂ ਵੈਲੋਸਿਟੀ ਟੇਢੀ ਹੁੰਦੀ ਹੈ ਨਾ ਇਸ ਪਾਸੇ, ਦੇਖੋ ਇੱਕ ਬਹੁਤ ਇੰਪੋਰਟੈਂਟ ਗੱਲ ਹੈ, ਜੇ ਤਾਂ ਵੈਲੋਸਿਟੀ ਇੱਧਰ ਆ ਤੇ ਇੱਧਰ ਨੂੰ ਹੀ ਮੋਸ਼ਨ ਹੁੰਦਾ ਪਾਰਟੀਕਲ ਦਾ, ਤਾਂ ਫਿਰ ਤਾਂ ਤੁਸੀਂ u ਨੂੰ u ਲੈਂਦੇ ਵਾਸਤੇ ਆਪਣਾ ਕੰਮ ਕਰਦੇ ਜੋ ਕਰ ਰਹੇ ਸੀ, ਠੀਕ ਹੈ ਨਾ, ਬਸ u ਨੂੰ u ਲੈ ਕੇ ਚੱਲਦੇ ਤੇ ਉਹ ਕੰਮ ਕਰਦੇ। ਪਰ ਇੱਥੇ ਕੀ ਆ, ਪਾਰਟੀਕਲ ਦਾ ਮੋਸ਼ਨ ਪਲੇਨ 'ਚ ਹੋਣ ਲੱਗ ਗਿਆ, ਕਿਉਂਕਿ ਪਾਰਟੀਕਲ ਦੀ ਵੈਲੋਸਿਟੀ ਦੀ ਡਾਇਰੈਕਸ਼ਨ ਬਦਲ ਗਈ, ਇੱਧਰ ਹੈਗੀ ਆ, ਫਿਰ ਇੱਧਰ ਟੈਂਜੈਂਸ਼ੀਅਲ ਹੀ ਹੁੰਦੀ ਜਾ ਕੇ ਇੱਥੇ ਗਿਰ ਗਿਆ ਪਾਰਟੀਕਲ। ਤਾਂ ਇਸ ਪਾਰਟੀਕਲ ਦੇ ਮੋਸ਼ਨ ਨੂੰ ਆਪਾਂ ਨੂੰ ਦੋ ਤਰ੍ਹਾਂ ਕੰਸੀਡਰ ਕਰਨਾ ਪਿਆ, ਹੌਰੀਜ਼ੌਂਟਲੀ ਇਹਦੀ ਵੈਲੋਸਿਟੀ ਦਾ ਕੰਪੋਨੈਂਟ ਵੱਖਰਾ ਲਿਆ, ਵਰਟੀਕਲ ਵੱਖਰਾ ਲਿਆ। ਹੁਣ ਜਦੋਂ ਇਹ ਪਾਰਟੀਕਲ ਇੱਥੇ ਪਹੁੰਚ ਜੂਗਾ, ਇੱਥੇ ਮੰਨ ਲਓ ਇੱਥੇ, ਤਾਂ ਇੱਥੇ ਪਹੁੰਚਣ ਤੇ ਇਹਦੇ ਕੰਪੋਨੈਂਟਸ ਉਹੀ ਰਹਿਣਗੇ, ਜਿਹੜੇ ਹੌਰੀਜ਼ੌਂਟਲ ਕੰਪੋਨੈਂਟ ਆ ਉਹ ਉਹੀ ਰਹੂਗਾ। ਆ ਦੇਖੋ ਇਹ ਉਨਾ ਹੀ ਵੱਡਾ, ਉਨੀ ਹੀ ਲੈਂਥ ਤੇ ਉਸੇ ਡਾਇਰੈਕਸ਼ਨ 'ਚ ਰਹੂਗਾ, ਕਿਉਂਕਿ ਇਹਨੂੰ ਕੋਈ ਫੋਰਸ ਹੀ ਨਹੀਂ ਲੱਗ ਰਿਹਾ ਇਸ ਪਾਸੇ, ਤੁਸੀਂ ਪ੍ਰੋਜੈਕਟ ਕਰਕੇ ਛੱਡਤਾ, ਉਸ ਤੋਂ ਬਾਅਦ ਉਹਨੂੰ ਕੋਈ ਫੋਰਸ ਲਗਾਉਣ ਵਾਲਾ ਹੈ ਨਹੀਂ ਹੌਰੀਜ਼ੌਂਟਲ ਡਾਇਰੈਕਸ਼ਨ 'ਚ, ਪਰ ਇਹਨੂੰ ਇੱਕ ਫੋਰਸ ਲੱਗ ਰਿਹਾ ਹਮੇਸ਼ਾ, ਕਿਹੜਾ, ਗ੍ਰੈਵਿਟੀ ਦਾ ਨੀਚੇ ਨੂੰ। ਉਹਦੇ ਕਰਕੇ ਜਿਹੜਾ ਇਹਦਾ ਵਰਟੀਕਲ ਕੰਪੋਨੈਂਟ ਹੈ, ਵਰਟੀਕਲ ਕੰਪੋਨੈਂਟ ਹੁਣ ਪਹਿਲਾਂ ਜਿੰਨਾ ਨਹੀਂ ਰਹੇਗਾ, ਉਹ ਥੋੜਾ ਘਟ ਜਾਏਗਾ, ਦੇਖੋ। ਤੇ ਉਸ ਤੇ ਕਰਕੇ ਇਹਨਾਂ ਦੋਨਾਂ ਨੂੰ ਮਿਲਾ ਕੇ ਇਹਦੀ ਟੋਟਲ ਵੈਲੋਸਿਟੀ ਆਏਗੀ, ਹੁਣ ਜਿਹੜੀ ਟੋਟਲ ਵੈਲੋਸਿਟੀ ਆਏਗੀ ਇੱਥੇ, ਜਿਵੇਂ u ਸੀਗੀ ਆਪਣੀ,
ਤਾਂ ਇੱਥੇ ਟੋਟਲ ਵੈਲੋਸਿਟੀ ਇਹਨਾਂ ਨੂੰ ਦੋਨਾਂ ਨੂੰ ਮਿਲਾ ਕੇ ਕਿਵੇਂ ਆਏਗੀ, ਇਹਨੂੰ ਪੈਰਲਲੋਗ੍ਰਾਮ ਬਣਾ ਦਿਓ ਤੇ ਇਹਦੇ ਆ ਜਿਹੜੀ ਵੈਲੋਸਿਟੀ ਆਏਗੀ ਆ ਆਪਣੀ ਆਏਗੀ ਵੈਲੋਸਿਟੀ। ਹੁਣ ਵੈਲੋਸਿਟੀ ਇਹਦੀ ਬਜਾਏ ਆ ਹੋਗੀ, ਜਿਹਨੂੰ ਕਿਸੇ ਮੋਮੈਂਟ ਤੇ ਵੈਲੋਸਿਟੀ v ਕਹਿ ਦਿੰਦੇ ਆਪਾਂ, ਮੰਨ ਲਓ v ਵੈਕਟਰ ਨਾਲ ਰਿਪਰੈਜ਼ੈਂਟ ਕਰ ਦਿੰਦੇ ਆ। ਤੇ ਜੇ ਪਾਰਟੀਕਲ ਥੋੜਾ ਹੋਰ ਉੱਪਰ ਜਾਏਗਾ, ਮੰਨ ਲਓ ਇੱਥੇ ਇਸ ਪਾਰਟੀਕਲ ਨੂੰ ਫੇਰ ਹੌਰੀਜ਼ੌਂਟਲ ਕੰਪੋਨੈਂਟ ਦੇਖਾਂਗੇ ਆਪਾਂ, ਉਹੀ ਰਹੇਗਾ u cos θ ਹੀ। ਤੇ ਇਸ ਦੀ ਪਿਕਚਰ ਬਣਾਓ ਦਿਮਾਗ 'ਚ, ਤੇ ਵਰਟੀਕਲ ਕੰਪੋਨੈਂਟ ਜਿਹੜਾ ਹੈ ਉਹ ਹੋਰ ਛੋਟਾ ਹੋ ਜਾਏਗਾ ਤੇ ਕਾਫੀ ਛੋਟਾ ਹੋ ਜਾਏਗਾ ਇੱਥੇ ਹੁਣ ਇੰਨਾ ਬਸ। ਤੇ ਇਹਨਾਂ ਦਾ ਵੀ ਜਿਹੜਾ ਜੋ ਤੁਸੀਂ ਕਰੋਗੇ ਪੈਰਲਲੋਗ੍ਰਾਮ ਲਾਅ ਦੇ ਨਾਲ ਇਹਦੇ ਨਾਲ, ਤਾਂ ਆ ਆਪਣੀ ਵੈਲੋਸਿਟੀ ਆਏਗੀ ਨੈਟ ਵੈਲੋਸਿਟੀ। ਫਿਰ ਜਦੋਂ ਉੱਪਰ ਸਭ ਤੋਂ ਹਾਈਟ ਤੇ ਪਹੁੰਚੋਗੇ ਤਾਂ ਜਿਹੜੀ ਵੈਲੋਸਿਟੀ ਹੈ ਸਿਰਫ ਤੇ ਸਿਰਫ ਹੌਰੀਜ਼ੌਂਟਲ ਕੰਪੋਨੈਂਟ ਹੀ ਰਹਿ ਜਾਏਗਾ ਇੱਥੇ, ਉਹੀ u cos θ। ਤੇ ਵਰਟੀਕਲ ਕੰਪੋਨੈਂਟ ਕਿੰਨਾ ਹੋ ਜਾਏਗਾ ਹੁਣ ਇੱਥੇ, ਦੱਸੋ ਯੋਗੇਸ਼? 0 ਉੱਪਰ ਵਰਟੀਕਲ ਉੱਪਰ ਨੂੰ ਹੁਣ ਜਾਣਾ ਨਹੀਂ ਨਾ ਉਹਨੇ, ਇਸ ਲਈ ਤਾਂ ਜਾ ਨਹੀਂ ਰਿਹਾ ਉੱਪਰ ਜਾਣ ਦੀ ਉਹਦੀ ਗਤੀ ਘਟਦੀ, ਪਰ ਹੁਣ ਉਹਨੇ ਹਾਈਟ ਅਟੇਨ ਨਹੀਂ ਕਰਨੀ, a ਤੋਂ ਉੱਪਰ ਨਹੀਂ ਜਾਏਗਾ ਪਾਰਟੀਕਲ ਹੁਣ, ਕਿਉਂਕਿ ਉੱਥੇ ਉਹਦੀ ਵਰਟੀਕਲ ਕੰਪੋਨੈਂਟ 0 ਹੋ ਗਿਆ। ਪਰ ਜਦੋਂ a ਤੋਂ ਟੱਪ ਕੇ ਦੂਜੇ ਪਾਸੇ ਹੁਣ ਗਿਰਨਾ ਸ਼ੁਰੂ ਕਰੇਗਾ ਤਾਂ ਉਹਦੀ ਮੰਨ ਲਓ ਕਿਸੇ ਜਗ੍ਹਾ ਤੇ ਇਸ ਜਗ੍ਹਾ ਤੇ ਉਹਦੀ ਵੈਲੋਸਿਟੀ ਤਾਂ ਹੌਰੀਜ਼ੌਂਟਲ ਹੀ ਰਹਿਣੀ ਹੈ, ਉਹ ਬਦਲੀ ਨਹੀਂ ਕਦੀ। ਪਰ ਜਿਹੜੀ ਵਰਟੀਕਲ ਵੈਲੋਸਿਟੀ ਹੋਏਗੀ ਉਹ ਕਿੱਧਰ ਨੈਗੇਟਿਵ ਹੋ ਜਾਏਗੀ, ਨੈਗੇਟਿਵ ਹੋ ਜਾਏਗੀ, ਨੀਚੇ ਨੂੰ ਹੋ ਜਾਏਗੀ, ਹਾਂ ਇੱਥੋਂ, ਹੈਨਾ। ਤੇ ਫਿਰ ਜਦੋਂ ਤੂੰ ਇਹਦੀ ਵਰਟੀਕਲ ਤੇ ਹੌਰੀਜ਼ੌਂਟਲ ਕੰਪੋਨੈਂਟ ਨੂੰ ਮਿਲਾਏਗਾ ਤਾਂ ਤੈਨੂੰ ਨੈਟ ਵੈਲੋਸਿਟੀ ਮਿਲੂਗੀ ਇਸ ਤਰ੍ਹਾਂ, ਉਹੀ ਪੈਰਲਲੋਗ੍ਰਾਮ ਲਾ ਕੇ। ਤਾਂ ਨੈਟ ਵੈਲੋਸਿਟੀ ਤੇਰੀ ਹੁਣ ਇੱਧਰ ਨੂੰ ਹੋ ਜੂਗੀ, ਤਾਂ ਐਂ ਹੋ ਜੂਗੀ ਨਾ। ਦੇਖੋ ਨੈਟ ਵੈਲੋਸਿਟੀ ਦੇਖੋ ਹਮੇਸ਼ਾ ਉਹਦਾ ਟੈਂਜੈਂਟ ਹੁੰਦੀ ਹੈ, ਹਮੇਸ਼ਾ ਨੈਟ ਵੈਲੋਸਿਟੀ। ਬਾਕੀ ਉੱਥੋਂ ਤੁਸੀਂ ਹੌਰੀਜ਼ੌਂਟਲ ਕੱਢ ਲਓ ਤੇ ਵਰਟੀਕਲ ਕੱਢ ਲਓ, ਜੋ ਮਰਜੀ। ਹੁਣ ਇਹਦੇ ਦੇਖੋ ਹੌਰੀਜ਼ੌਂਟਲ ਤੇ ਵਰਟੀਕਲ, ਆ ਹੌਰੀਜ਼ੌਂਟਲ 19 ਫਿਰ u cos θ, ਤੇ ਵਰਟੀਕਲ ਜਿਹੜੀ ਹੈਗੀ ਨੀਚੇ ਨੂੰ ਹੋਏਗੀ, 19 ਵੱਧ ਜਾਏਗੀ ਥੋੜੀ। ਆ ਦੇਖੋ ਪਤਾ ਲੱਗ ਰਿਹਾ ਨਾ, ਬਲੂ ਵਾਲੀ ਮੈਂ ਜਿਹੜੀ ਦਿਖਾ ਰਿਹਾ ਉਹ ਹੈਗੀ ਨੈਟ ਵੈਲੋਸਿਟੀ ਮੈਂ ਟੋਟਲ ਵੈਲੋਸਿਟੀ ਦਾ ਮੈਗਨੀਟਿਊਡ, ਤੇ ਉਹ ਉਹਦੇ ਕੰਪੋਨੈਂਟਸ ਨੇ। ਕੰਪੋਨੈਂਟਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜਾ u cos θ ਹੈ ਉਹ ਕਦੀ ਵੀ ਨਹੀਂ ਬਦਲਿਆ, ਇਸ ਲਈ ਆਬਜੈਕਟ ਲਗਾਤਾਰ ਹੌਰੀਜ਼ੌਂਟਲ ਡਿਸਟੈਂਸ ਕਵਰ ਕਰਦਾ ਹੀ ਰਿਹਾ। ਪਰ ਵਰਟੀਕਲ ਕੰਪੋਨੈਂਟ ਇੱਕ ਟਾਈਮ ਤੇ ਜਾ ਕੇ 0 ਹੋ ਗਿਆ, ਜਿਹਦੇ ਕਰਕੇ ਕਿ ਆਬਜੈਕਟ ਨੇ ਉੱਪਰ ਵਰਟੀਕਲੀ ਉੱਪਰ ਜਾਣਾ ਬੰਦ ਕਰਤਾ, ਤੇ ਬਲਕਿ ਉਹ ਉਲਟਾ ਹੋ ਗਿਆ, ਸੋ ਨੀਚੇ ਆਣਾ ਸ਼ੁਰੂ ਕਰਤਾ। ਸੋ ਆ ਪਿਕਚਰ ਤੁਹਾਨੂੰ ਦਿਖਾਈ ਹੋਈ ਹੈ ਪਹਿਲਾਂ ਜੀ। ਇਸ ਲਈ ਮੈਂ ਤੁਹਾਨੂੰ ਕਿਹਾ ਸੀ ਜਦੋਂ ਤੁਸੀਂ ਹੌਰੀਜ਼ੌਂਟਲ ਮੋਸ਼ਨ ਕੰਸੀਡਰ ਕਰੋਗੇ ਤਾਂ ਹੌਰੀਜ਼ੌਂਟਲ ਮੋਸ਼ਨ ਕੀ ਹੋਏਗਾ, यूनिफॉर्म मोशन होएगा। तो यूनिफॉर्म मोशन दे विच इक्वेशन की होंदी है, बस आई होंदी है इक्वल टू vt। इत्थे जो वेलोसिटी होएगी वो हमेशा u cos θ ही लई जाएगी, हमेशा। देखो u गिवन है, थीटा गिवन है, तो u cos θ लई जाएगी। तो टाइम पुट कर दो तो पता लग जाएगा हॉरिजॉन्टली कितनी दूर है, सिंपल जी गल है। पर जो तुसीं यही काम वर्टिकल मोशन लई करना है, तो वर्टिकल मोशन की होएगा, वर्टिकल मोशन बहुत ध्यान ना देखना पेगा, क्योंकि ये यूनिफॉर्मली एक्सेलरेटेड मोशन होएगा, जिवें मोशन अंडर ग्रेविटी पढ़िया सी तुसीं। तो यूनिफॉर्मली एक्सेलरेटेड मोशन की होंदा है, ਇਹਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ, ਇਹਦੀ ਇਨੀਸ਼ੀਅਲ ਵੈਲੋਸਿਟੀ ਵੱਖਰੀ ਹੋਏਗੀ, ਫਾਈਨਲ ਵੱਖਰੀ ਹੋਏਗੀ। ਇਹਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੋਏਗੀ ਦੱਸੋ? u sin θ ਨਾ, ਆ ਇਨੀਸ਼ੀਅਲ ਵੈਲੋਸਿਟੀ ਸੀ ਨਾ, ਇੱਥੋਂ ਸ਼ੁਰੂ ਕੀਤਾ ਆਪਾਂ। ਤੇ ਫਾਈਨਲ ਵੈਲੋਸਿਟੀ ਇਹਦੀ ਹਰ ਮੂਵਮੈਂਟ ਤੇ ਅਲੱਗ-ਅਲੱਗ ਹੋਏਗੀ। ਦੇਖੋ ਫਾਈਨਲ ਵੈਲੋਸਿਟੀ ਇੱਥੇ ਵੱਖਰੀ ਹੈ, ਇੱਥੇ ਟੋਟਲ ਇੱਥੇ ਜਿਹੜੀ ਆ ਹੋਏਗੀ, ਵਰਟੀਕਲ ਦੀ ਗੱਲ ਕਰ ਲਓ, ਆ ਵਰਟੀਕਲ ਘਟ ਜੇਗੀ, ਇੱਥੇ 0 ਹੋਗੀ, ਫਿਰ ਨੀਚੇ ਨੂੰ ਹੋਗੀ। ਸੋ ਡਿਫਰੈਂਟ ਹੈ। ਤੇ ਵਰਟੀਕਲ ਮੋਸ਼ਨ 'ਚ ਦੋ ਗੱਲਾਂ ਹੋ ਸਕਦੀਆਂ ਨੇ, ਜਿਵੇਂ ਇੱਥੋਂ ਜਿਵੇਂ ਅੱਧਾ ਪਾਟ ਕੇ ਦੇਖਾਂ ਇਹਨੂੰ, ਤਾਂ ਇੱਧਰਲਾ ਜਿਹੜਾ ਮੋਸ਼ਨ ਹੈ O ਤੋਂ ਲੈ ਕੇ A ਤੱਕ, ਇਸ ਮੋਸ਼ਨ ਲਈ ਜਿਹੜੀ ਐਕਸਲਰੇਸ਼ਨ ਹੈ ਉਹ ਲਈ ਜਾਏਗੀ -g, ਕਿਉਂਕਿ ਨੈਗੇਟਿਵ ਹੋਏਗੀ ਐਕਸਲਰੇਸ਼ਨ, ਕਿਉਂਕਿ ਉੱਪਰ ਜਾ ਰਿਹਾ। ਇਧਰਲੇ ਪੋਰਸ਼ਨ ਤੇ ਐਕਸਲਰੇਸ਼ਨ ਹੋਏਗੀ +g। ਇੱਥੇ ਜਿਹੜਾ ਟਾਈਮ ਲੱਗੇਗਾ ਇਸ ਮੋਸ਼ਨ ਲਈ ਉਹ T/2 लगेगा, वेयर t is the time of flight। टाइम ऑफ फ्लाइट में जितनी देर हवा च रहेगा, जो अद्धा टाइम है O तो लेके A तक आने लगा देगा T/2।
ਸੋ ਟਾਈਮ ਜਿਹੜਾ ਹੈ ਉਹ ਹਰ ਮੋਸ਼ਨ ਲਈ ਅਲੱਗ-ਅਲੱਗ ਕੀਤਾ ਸੀ ਆਪਾਂ, ਤੇ ਇੱਥੇ ਆਪਾਂ ਇਹਨੂੰ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਤਰ੍ਹਾਂ ਟ੍ਰੀਟ ਕਰਦੇ ਹਾਂ। ਇਹ ਗੱਲ ਯਾਦ ਆਈ ਕੁਝ? योगेश हाँ जी सर। पता लग गया, कुछ याद आया गुरांश? सो हुण देखो, हुण बस इत्थों ही इहनूं गल नूं यूज करके मैं सारा काम इत्थों कर देना। देखियो ਇਹ ਚੋਂ ਸਾਰੇ ਰਿਜ਼ਲਟ ਨਿਕਲ ਜਾਣਗੇ। ਸਭ ਤੋਂ ਪਹਿਲਾਂ ਮੈਂ ਚੀਜ਼ਾਂ ਮਤਲਬ ਤਾਂ ਦੱਸੇ ਹੋਏ ਤੁਹਾਨੂੰ, ਤਾਂ ਜਿਹੜੀ ਗੱਲਾਂ ਪਤਾ ਕਰੀ ਸਭ ਤੋਂ ਪਹਿਲਾਂ ਪਤਾ ਕਰਦੇ ਆਪਾਂ ਟਾਈਮ ਆਫ ਫਲਾਈਟ। टाइम ऑफ फ्लाइट ਨੂੰ ਪਹਿਲਾਂ ਤੁਸੀਂ ਲਿਖਣਾ ਹੁੰਦਾ ਹੈ, ਜਦੋਂ ਆਪਾਂ ਨੋਟਸ ਲਿਖੋਗੇ ਟਾਈਮ ਫਲਾਈਟ ਕਿਹਦਾ ਦਾ ਟਾਈਮ ਡਿਊਰਿੰਗ ਵਿਚ ਦਾ ਪ੍ਰੋਜੈਕਟਾਈਲ ਵਾਸ ਇਨ 에ਅਰ ਜਸਟ ਆਫਟਰ ਦਾ ਪ੍ਰੋਜੈਕਸ਼ਨ ਐਂਡ ਜਸਟ ਬਿਫੋਰ ਇਟ ਸਟ੍ਰਾਈਕ ਗਰਾਊਂਡ ਅਗੇਨ। ਸੋ ਉਹ ਆਪਾਂ ਟਾਈਮ ਆਫ ਫਲਾਈਟ ਹਵਾ ਵਿੱਚ ਨਾ ਰਿਹਾ, ਇਹ ਪਤਾ ਕਰਨਾ। ਪਰ ਆਪਾਂ ਤੇ ਪਤਾ ਕਰਨ ਲਈ ਤੁਹਾਡੇ ਕੋਲ ਯੂ ਗਿਵਨ ਹੈ, ਥੀਟਾ ਗਿਵਨ ਹੈ, ਹੋਰ ਕੁਝ ਵੀ ਨਹੀਂ ਗਿਵਨ, ਬਸ ਆਈ ਗਿਵਨ ਹੈ ਇੰਨੀ ਵੈਲੋਸਿਟੀ ਨਾਲ ਇੰਨੇ ਐਂਗਲ ਤੇ ਸਿੱਟਿਆ, ਬਸ ਆਈ ਪਤਾ ਹੈ। ਉਹ ਬਾਕੀ ਪਤਾ ਕਰੋ ਕਿੰਨਾ ਟਾਈਮ ਆਫ ਫਲਾਈਟ ਹੋਏਗਾ। तो टाइम ऑफ फ्लाइट लिए आप की करते हैं डिस्कस या कंसिडर मोशन फ्रॉम O to A, क्योंकि टाइम ऑफ फ्लाइट कटनी पैनी है पहला, सब तो पहला आई कटनी पैंदी है, बाकी चीज़ें बाद च निकलदियां, ये बिना नहीं निकलेगा बाकी कुछ। मोस्टली अपन टाइम ऑफ फ्लाइट दी लोड पैनी है, इससे पहले टाइम ऑफ फ्लाइट कट लिया करो O तो लैके A तक। हुण मैंने दसो O तो लैके A तक जो जाता है ऑब्जेक्ट, तो वर्टिकल मोशन जिहड़ा हुंदा है ਉਹਦੇ 'ਚ टाइम कितना हुंदा है, एक्सेलरेशन कितनी हुंदी है, इनिशियल वेलोसिटी कितनी हुंदी है, फाइनल वेलोसिटी कितनी होती है, पता ना ये गल? इनिशियल वेलोसिटी कितनी होगी वर्टिकल मोशन है ना, O तो लेके A तक जाना ऊपर नु, U sin theta। U sin थीटा। ते टाइम टेकन T/2। कैपिटल T/2। यस, इथे कैपिटल T किया टाइम ऑफ फ्लाइट। हां, T/2 आ गया टाइम। एक्सेलरेशन कितनी है? -g। फाइनल वेलोसिटी भी इसके इस तक गिवन ही है ना, पता है ना, 0। क्योंकि सब तो ऊपर पहुंच गया ना, ਉੱਥੇ फाइनल वेलोसिटी 0। तो ਆਪਾਂ ਕੀ ਕਰਾਂਗੇ, यूजिंग ਇੱਥੇ ਇਹਨੂੰ ਕਹਾਂਗੇ यूजिंग इक्वेशन ਕਿਹੜੀ, ਆ ਇਕੁਏਸ਼ਨ ਜਦੋਂ ਯੂਜ਼ ਕਰਨੀ ਇਹਨੂੰ ਬ੍ਰੈਕਟ 'ਚ ਐ ਬਾਕਸ 'ਚ ਪਾ ਦੇਣਾ ਹੈ, ਤਾਂ ਕਿ ਇਹ ਪਤਾ ਲੱਗੇ ਕਿ ਫਾਰਮੂਲਾ ਲਿਖਿਆ ਸਿਰਫ ਇਹਦੇ ਸਿੰਬਲਸ ਦਾ ਮਤਲਬ ਇਹਦੇ ਵਿੱਚੋਂ ਨਹੀਂ ਹੈ, ਕਿਉਂਕਿ ਇੱਥੇ ਯੂ ਤਾਂ ਆਪਣੀ ਟੇਢੀ ਹੈ ਨਾ, ਤਾਂ ਆਪਾਂ ਹੁਣ ਵਰਟੀਕਲ ਦੀ ਗੱਲ ਕਰਾਂਗੇ ਉੱਥੇ ਯੂ ਕੀ ਪੁੱਟ ਕਰਾਂਗੇ, ਇਸ ਲਈ ਆਪਾਂ ਆ ਯੂ ਇਹਨੂੰ ਹਮੇਸ਼ਾ ਇਸ ਤਰ੍ਹਾਂ ਬਾਕਸ 'ਚ ਪਾ ਦੇਣਾ, ਤਾਂ ਕਿ ਪਤਾ ਲੱਗ ਜਾਏ ਕਿ ਵੀ ਇਹਦਾ ਕੋਈ ਡਾਇਰੈਕਟ ਉਹਦੇ ਨਾਲ ਉਹ ਨਹੀਂ ਹੈਗਾ, ਸਿੰਬਲਸ ਦੇ ਆਪਣੇ ਯੂਜ਼ੁਅਲ ਮੀਨਿੰਗ ਹੈਗੇ ਨੇ। ਹੁਣ ਫਾਈਨਲ ਵੈਲੋਸਿਟੀ ਦੱਸੋ, ਇੱਥੇ ਮੈਂ ਤਾਂ ਹੀ ਇੱਥੇ ਵੀ ਯੂ ਕੁਝ ਨਹੀਂ ਲਿਖਿਆ, ਮੈਂ ਫਾਈਨਲ ਵੈਲੋਸਿਟੀ ਦੱਸੋ, ਫਾਈਨਲ ਵੈਲੋਸਿਟੀ ਕਿੰਨਾ ਹੈ, 0। ਵੈਲੋਸਿਟੀ ਕਿੰਨੀ ਹੈ, U sin theta। एक्सेलरेशन -g, टाइम T/2। इथों आ जाएगा G कैपिटल T/2 इज इक्वल टू U sin थीटा। तो कैपिटल T कितना आ जाएगा बाय G। आ अपनी टाइम ऑफ फ्लाइट आ गई, पूरी आ गई टाइम ऑफ फ्लाइट। T/2 पुट करता है अपने आप ही, हो अपने फ्लाइट आ गया इथों। कई लोग की करते हैं पता, कई लोग की करते हैं, वो कहते मान लो इथों इत्थे तक आने T टाइम लग गया, फिर वो T पुट करते हैं इत्थे, इतने टी पुट करते हैं, फिर टी आंदा U sin थीटा बटा जी, फिर उन टी नु डबल कर देने हो 2 U sin थीटा बटा जी। ਆਪਾਂ करते नहीं, ਆਪਾਂ पहले टाइम ऑफ फ्लाइट नु टी मान लिया ਤੇ आधा टाइम T/2 ले लिया थे। एसी का टाइम ऑफ फ्लाइट ਦੇ ਬਾਰੇ। दूसरा ਕੀ ਸੀਗਾ, मैक्सिमम हाइट रीच्ड, ਤੇ ਤੁਹਾਨੂੰ ਮੈਂ ਦੱਸਿਆ ਸੀ ਇਹ मैक्सिमम हाइट रीच्ड ਵੀ ਇੱਥੋਂ ਹੀ ਨਿਕਲ ਆਊਗਾ वर्टिकल मोशन ਨੂੰ ਕੰਸੀਡਰ ਕਰਕੇ ਹੀ, ਹਨਾ। ਇਹਦੇ ਲਈ मैक्सिमम हाइट O ਤੋਂ ਲੈ ਕੇ A ਹੀ ਕੰਸੀਡਰ ਕਰੋਗੇ ਨਾ, ਫਿਰ ਕੀ ਕੰਸੀਡਰ ਕਰੋਗੇ O ਤੋਂ ਲੈ ਕੇ O ਤੱਕ ਦਾ ਮੋਸ਼ਨ। ਤਾਂ ਇੱਥੇ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੈ, U sin theta। एक फाइनल वेलोसिटी कितनी है, 0। टाइम ਦੀ ਲੋਡ ਤਾਂ ਨਹੀਂ ਪੈਂਦੀ, ਟਾਈਮ ਵੈਸੇ T/2 ਹੈ, ਪਰ ਟਾਈਮ ਦੀ ਸ਼ਾਇਦ ਲੋਡ ਹੀ ਨਾ ਪਵੇ। ਤੇ ਜਿਹੜੀ ਡਿਸਟੈਂਸ ਟਰੈਵਲਡ ਹੈ ਇੱਥੇ ਆ ਵਰਟੀਕਲ ਡਿਸਟੈਂਸ ਟਰੈਵਲਡ ਕਿੰਨਾ ਆ, कैपिटल H, वेयर मैक्सिमम हाइट रीच्ड इज कैपिटल H, है ना। एक्सेलरेशन कितनी है -g। तो ਇੱਥੇ ਆਪਾਂ ਇਕੁਏਸ਼ਨ ਆਫ ਮੋਸ਼ਨ ਯੂਜ਼ ਕਰਾਂਗੇ, ਇਹਨੂੰ ਯੂਜ਼ ਹੀ ਨਾ ਕਰੋ, ਇਹਨੂੰ ਕਰ ਵੀ ਸਕਦੇ ਆ ਨਾ, ਮੈਂ ਤੁਹਾਨੂੰ ਉੱਥੇ ਕਰਵਾਇਆ ਵੀ ਹੋਇਆ, ਪਰ ਤੁਸੀਂ ਮੈਂ ਤੁਹਾਨੂੰ ਕਿਹਾ ਸੀ ਆਈ ਪ੍ਰੈਫਰ ਕਰਿਓ, यूज करो दिस, ਇਹਨੂੰ यूज ਕਰਾਂਗੇ। मैं बॉक्स ਚ ਪਾਇਆ ਇਹਨੂੰ v² यानी कि u यानी कि इनिशियल वेलोसिटी U sin थीटा दा होल स्क्वायर -g
कैपिटल एच। सो थोड़ा ਜਿਹੜਾ कैपिटल एच आया वो क्या आएगा sin स्क्वायर थीटा बाय 2g। याद आए गल ये भी कराई सी। Yes, sir. तीसरी कराई सी हॉरिजॉन्टल रेंज। आर कहने अपन सिंपल जी गल है हॉरिजॉन्टल रेंज इसके यूनिफॉर्म मोशन है तो वेलोसिटी इनटू टाइम होएगा। वेलोसिटी कितनी u cos थीटा रहती है हमेशा तो टाइम कितना पूरी टाइम ऑफ फ्लाइट क्योंकि हॉरिजॉन्टल रेंज पूरी कवर करने च ਉਹਨੂੰ ਜਾ ਕੇ ਵਾਪਸ ਗਿਰਨ ਚ ਪੂਰਾ ਟਾਈਮ ਲੱਗ ਗਿਆ। ਇਹ ਕੀ ਆਇਆ ਸੀ ਹੁਣੇ ਕੀਤਾ ਆਪਾਂ 2u sin थीटा बटा g ਪਿੱਛੇ ਦੇਖ ਲਿਓ ਇਹ ਆ ਗਿਆ u स्क्वायर 2 टाइम्स sin थीटा cos थीटा बटा g ਤੇ ਇਹ ਕੀ ਬਣ ਗਿਆ ਸੀ ਫਿਰ ਆ हॉरिजॉन्टल रेंज ਦਾ ਫਾਰਮੂਲਾ ਆਇਆ ਸੀ। फिर थोड़ा इतने एक और चीज आए सी कि हॉरिजॉन्टल रेंज मैक्सिमम कदों होंदी है 45 डिग्री पे 45 डिग्री ते होएगी। एक तो आप प्रूव कराया दोनों ते और रेंज फिर मैक्सिमम होएगी कि नहीं u स्क्वायर बाय g हो जाएगी कली। ते एक ਤੁਹਾਨੂੰ ਕਰਾਇਆ ਸੀ ਕਿ ਜੇ ਤੁਸੀਂ ਥੀਟਾ ਤੇ ਪ੍ਰੋਜੈਕਟ ਕਰਦੇ ਹੋ ਜਾਂ 90 ਮਾਈਨਸ ਥੀਟਾ ਪ੍ਰੋਜੈਕਟ ਕਰਦੇ ਹੋ ਤਾਂ ਉਹਦੇ ਨਾਲ ਤੁਹਾਡਾ ਹੌਰੀਜ਼ੌਨਟਲ ਰੇਂਜ ਜਿਹੜੀ ਹੈ ਉਹ ਸੇਮ ਹੀ ਆਏਗੀ ਚਾਹੇ ਥੀਟਾ ਤੇ ਪ੍ਰੋਜੈਕਟ ਕਰ ਲਓ ਚਾਹੇ 90 ਮਾਈਨਸ ਥੀਟਾ ਤੇ। ਇਹ ਵੀ ਮੈਂ ਪ੍ਰੂਵ ਕਰਾਇਆ ਸੀ। ਇਹਨਾਂ ਦੇ ਪ੍ਰੂਫ ਵੀ ਉੱਥੇ ਕੀਤੇ ਹੋਏ ਨੇ। ਉਸ ਲੈਕਚਰ ਨੂੰ ਮੈਂ ਭੇਜੂਗਾ ਜ਼ਰੂਰ ਅੱਜ ਉਹਨੂੰ ਅੱਗੇ ਅੱਗੇ ਕਰਕੇ ਆਵਲੀ ਜਗ੍ਹਾ ਕੱਢ ਕੇ ਦੇਖ ਲਿਓ। ਇਹ ਬਸ ਰਿਮਾਈਂਡਰ ਦੇ ਰਿਹਾ ਇਸ ਤੁਹਾਨੂੰ ਮੈਂ। ਹੁਣ ਜਿਹੜੀ ਚੌਥੀ ਗੱਲ ਹੈ ਉਹ ਜ਼ਿਆਦਾ ਇੰਪੋਰਟੈਂਟ ਗੱਲ ਹੈ ਇੱਥੇ। ਚੌਥੀ ਗੱਲ ਕੀ ਹੈ ਇੱਥੇ इक्वेशन ऑफ ट्रैजेक्टरी। ट्रैजेक्टरी मतलब पाथ। इत्थे क्योंकि जनरल गल करांगे आपां हुण देखो आपां इक्वेशन ऑफ ट्रैजेक्टरी फाइंड करने लई की करदे आपां देखना कि इहदी इस ते चलो मैं अलग ही बना देना एक कोई गल नहीं। फिर अपना मान लो इत्थों आपां प्रोजेक्ट करना है ते u वेलोसिटी ਨਾਲ प्रोजेक्ट किया ते जाके मान लो आ जाता है। ਹੁਣ ट्रैजेक्टरी ਤੇ ਆਪਾਂ ਕੀ ਕਰਦੇ ਆ ਆਪਾਂ ਜੇ ਇਕੁਏਸ਼ਨ ਆਫ ट्रैजेक्टरी फाइंड करनी मतलब आप पाथ ਦੀ ਇਕੁਏਸ਼ਨ ਪਤਾ ਕਰਨੀ ਤਾਂ ਪਾਥ ਦੇ ਉੱਪਰ ਕੋਈ ਵੀ ਪਾਰਟਿਕੂਲਰ ਪੁਆਇੰਟ ਮੰਨ ਲਓ x, y ਤੇ ਉਸ x ਤੇ y ਵਿੱਚ ਰਿਲੇਸ਼ਨ ਫਾਈਂਡ ਕਰਨਾ ਉਹਨੂੰ ਇਕੁਏਸ਼ਨ ਆਫ ट्रैजेक्टरी ਬੋਲਦੇ ਆ। ਤੇ ਆ ਜਿਹੜਾ ਐਕਸਿਸ ਹੈ ਜਾਣਬੁੱਝ ਕੇ ਇਹਨੂੰ x ਐਕਸਿਸ ਹੀ ਮੰਨ ਲਓ ਸਿੰਪਲੀ ਸਮਝਣ ਲਈ ਤੇ ਜਿਹੜੀ ਆ ਵਰਟੀਕਲ ਐਕਸਿਸ ਹੈਗੀ ਆ ਇਹਨੂੰ ਤੁਸੀਂ y ਐਕਸਿਸ ਮੰਨ ਲਓ। आ y एक्सिस। सो एक मान लो जिथों प्रोजेक्ट किया इस पॉइंट नाम तुसीं ओरिजिन रख दो ते आपां किसी भी पर्टिकुलर टाइम t ते गल करन जा रहे जनरल गल कर सब तो मैक्सिमम हाइट ते गल नहीं करन जा रहा जो नीचे गिर जाता है ओदी गल नहीं करन जा रहा। सो इस तो पहला जो गल्लां सीगियां तो बहुत तीनों गल्लां खास गल्लां ने कि पूरे पूरे मोशन दियां इकट्ठी इन्फॉर्मेशन है कि जो पूरा मोशन होएगा तो सब तो ज्यादा हाइट ओदी कितनी आएगी सब तो दूर जाके कित्थे गिरेगा ते किन्ने टाइम बाद वो सब तो दूर जाके गिरेगा। पर मोशन दी कल्ले कल्ले पल दी जानकारी कल्ले कल्ले मूवमेंट दी जानकारी सानू नहीं मिलती पहले तीन इक्वेशंस तो जिहड़ियां आपां कीतियां ने मैक्सिमम हाइट और ये वो। आप कहने मान लो किसी पर्टिकुलर टाइम ते कंसीडर है ना करो लेट द प्रोजेक्टाइल is projected from origin and it reaches a point का नाम कुछ भी रख दो p रख दो p that is x, y after time स्मॉल टी कुछ भी हो सकता किसी भी टी टाइम बाद इतने पहुंच गया मान लो तो जो पार्टिकल इतने पहुंच गया तो देखो उस पार्टिकल इतने पहुंचने च दो तरह के मोशन उन्हें कवर किए ने। एक तो मोशन उन्हें कंसीडर किया आ वाला हॉरिजॉन्टल आ इत्थे तो लेके इत्थे तक दा तो इसनु आपां कहांगे x क्योंकि जे xy कोऑर्डिनेट है xy जी रिलेशन पता करना। दूजा उन्हें कवर किया मान लो आ वर्टिकल हाइट उन्हें गेन की है
इसनों ਆਪਾਂ ਕੀ ਕਵਾਂਗੇ y ਤੁਹਾਨੂੰ ਪਤਾ ਨਾ ਕੋਆਰਡੀਨੇਟ ਕਿਵੇਂ ਹੁੰਦੇ x y ਪੜਨ ਦਾ ਮਤਲਬ ਇਹ ਹੁੰਦਾ ਹੈ ਹੁਣ ਤੁਸੀਂ ਆ x ਤੇ y ਦੇਖਣਾ ਤੇ ਦੋਨੋਂ ਕੰਮ t ਟਾਈਮ 'ਚ ਹੀ ਹੋਏ ਨੇ ਕਿਉਂਕਿ ਪਾਰਟੀਕਲ ਦਾ ਇੱਥੋਂ t ਟਾਈਮ 'ਚ ਇੱਥੇ ਪਹੁੰਚਿਆ ਨਾ ਤਾਂ t ਟਾਈਮ 'ਚ ਆ ਵੀ ਆਇਆ ਵਾ t ਟਾਈਮ 'ਚ ਆ ਵੀ ਆਇਆ ਤਾਂ ਹੁਣ ਜੇ ਹੌਰੀਜ਼ੌਂਟਲ ਤੇ ਵਰਟੀਕਲ ਦੀ ਗੱਲ ਕਰੀਏ therefore ਜਿਹੜਾ x ਆਏਗਾ ਤੁਹਾਡਾ x डिस्टेंस ट्रैवल्ड है along horizontal ना along horizontal की ਹੁੰਦਾ है velocity कितनी है u cos थीटा ਤੇ टाइम कितना t क्योंकि ਆਪਾਂ इथे इक्वेशन यूज ਕੀਤੀ है s = vt x ਲਈ ਆਹੀ यूज ਕਰਾਂਗੇ क्योंकि यूनिफॉर्म मोशन है ਤੇ y ਲਈ ਕਿਹੜੀ यूज ਕਰਾਂਗੇ इक्वेशन बोलो आ यूज करांगे ना क्योंकि y और एक्सेलरेटेड मोशन है यूनिफॉर्मली तो आ y डिस्टेंस कवर किया ना t टाइम्स था u मतलब u की जगह क्या आएगा इनिशियल वेलोसिटी टाइम t एक्सेलरेशन कितना आएगा -g तो टाइम t स्क्वायर सो देयरफॉर y कितना आ जाएगा u sin थीटा into t माइनस g बाय 2 t स्क्वायर सो आ x ਦੀ ਇਕੁਏਸ਼ਨ ਆ ਗਈ ਹੈ ਇਹ y ਦੀ ਇਕੁਏਸ਼ਨ ਆ ਗਈ ਹੈ ਦੱਸੋ ਇਹ ਗੱਲ ਸਮਝ ਲੱਗੀ ਸਾਰਿਆਂ ਨੂੰ ਕਿਵੇਂ ਕੀਤਾ ਮੈਂ ਇਕੁਏਸ਼ਨ ਉਹੀ ਯੂਜ਼ ਕੀਤੇ ਨੇ ਪਰ ਟਾਈਮ ਆਪਾਂ ਵਿੱਚ ਲੈ ਲਿਆ ਕੋਈ ਵੀ ਟਾਈਮ t and कोई भी position x y now this is not highest maximum height or maximum range they are just the vertical distance is y and horizontal distance x at any time t so in that time t for horizontal ਇੱਥੇ ਮੈਨੂੰ ਯੂਨੀਫਾਰਮ ਮੋਸ਼ਨ ਦੀ ਯੂਜ਼ ਕਰਨੀ ਪਈ ਇਕੁਏਸ਼ਨ ਤੇ ਦੂਜੇ y ਦੇ ਲਈ ਮੈਨੂੰ ਕਿਹੜੀ ਯੂਜ਼ ਕਰਨੀ ਪਈ ਐਕਸਲਰੇਟਡ ਮੋਸ਼ਨ ਦੀ ਹੁਣ ਆਪਣੇ ਕੋਲ ਜਿਹੜਾ ਆਇਆ ਵਾ x and y ਉਹਨਾਂ ਚ ਰਿਲੇਸ਼ਨ ਫਾਈਂਡ ਕਰਨਾ ਆਪਾਂ ਸੋ x ਆ ਗਿਆ ਆਪਣੇ ਕੋਲ u cos थीटा into t एंड ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਦੋਨੋਂ ਕਾਂਸਟੈਂਟਸ ਨੇ u ਤੇ थीटा y ਕਿੰਨਾ ਆ ਗਿਆ u sin थीटा into t minus half g t square ਆਪਾਂ ਇਹਨਾਂ ਵਿੱਚੋਂ ਕੀ ਕਰਨਾ ਹੁੰਦਾ ਇਹ ਹੈਗੀ ਪੋਜੀਸ਼ਨ ਐਟ ਐਨੀ ਟਾਈਮ t ਬੇਸਿਕਲੀ ਇਹ ਪੋਜੀਸ਼ਨ ਆ ਗਈ ਐਟ ਐਨੀ ਟਾਈਮ t ਇਹਨੂੰ ਤੁਸੀਂ ਐਵੇਂ ਲਿਖ ਸਕਦੇ ਹੋ ਪੋਜੀਸ਼ਨ ਕੀ ਹੁੰਦੀ ਹੈ r ਵੈਕਟਰ is equal to xi vector plus yj vector so ਤੁਸੀਂ ਲਿਖ ਸਕਦੇ ਹੋ ਤਾਂ u cos theta t I cap and u sin theta t minus gt square by 2 times j cap so ਇੱਕ ਤਰ੍ਹਾਂ ਇਹ ਪੋਜੀਸ਼ਨ ਵੈਕਟਰ ਵੀ ਲਿਖਣਾ ਤੁਹਾਨੂੰ ਆ ਗਿਆ ਕਿਸੇ ਵੀ ਟਾਈਮ t ਦੇ ਉੱਪਰ ਤੁਸੀਂ ਪਾਰਟੀਕਲ ਦੀ ਪੋਜੀਸ਼ਨ ਲਿਖ ਸਕਦੇ ਹੋ ਬਹੁਤ ਇੰਪੋਰਟੈਂਟ ਗੱਲ ਹੈ पर इक्वेशन ऑफ ट्रैजेक्टरी की होंदी है इक्वेशन ऑफ ट्रैजेक्टरी की होंदी है रिलेशन बिटवीन x एंड y सो आप की करांगे टू गेट इक्वेशन ऑफ ट्रैजेक्टरी we will find relation between x and y by eliminating time ਨੂੰ eliminate ਕਰ ਦੋ ਵਿੱਚੋਂ t from equations ਕਿਹੜੀ ਹੋਈ ਇਹ ਤਾਂ ਸਾਫ ਹੀ ਹੈ ਦੇਖੋ ਪਤਾ ਲੱਗ ਜਾਂਦਾ x मतलब horizontal motion है यूनिफॉर्म है इक्वेशन ही देखो ਕਿਹੜੀ ਲੱਗੀ ਹੋਈ ਹੈ ਤੇ ਉਹ ਚ ਇਕੁਏਸ਼ਨ ut plus half at स्क्वायर ਲੱਗੀ ਹੋਈ ਹੈ ਮਾਈਨਸ ਇਹਨਾਂ ਤੋਂ t ਰਿਮੂਵ ਕਰਨਾ ਤੇ ਦੇਖੋ ਇਹ ਜੋ ਆਪਾਂ ਨੂੰ 1 ਕਹਿ ਦੇ ਇਹਨੂੰ 2 ਕਹਿ ਦੋ 1 implies t फाइंड कर दो नीचे पुट कर दो तो ਇਹਨੂੰ ਕੀ ਕਰੋਗੇ पुट in 2 t ਦੀ ਵੈਲਿਊ ਪੁਟ ਕਰ ਦੋ ਇੱਥੇ ਤਾਂ y ਕੀ ਆ ਜਾਏਗਾ u ਨਾ u कटेगा ਇਹ ਕੀ ਆ ਜਾਏਗਾ tan theta into x minus oh t ਦੀ ਵੈਲਿਊ ਤੇ ਪੁੱਟ ਨਹੀਂ ਕੀਤੀ t ਦੀ ਵੈਲਿਊ ਪੁੱਟ ਕਰਨੀ ਸੀ g by 2 u square cos square theta into x square
ਹੁਣ ਤੁਸੀਂ ਦੇਖੋ ਕਿ tan थीटा ਦਾ ਕਾਂਸਟੈਂਟ ਹੈ ਤਾਂ ਉਹਨੂੰ ਕਾਂਸਟੈਂਟ C1 ਕਹਿ ਲਓ ਤੇ ਆ ਵੀ ਸਾਰਾ ਕਾਂਸਟੈਂਟ ਹੈ ਇਹਨੂੰ C2 ਕਹਿ ਲਓ ਸੋ ਬੇਸਿਕਲੀ ਆ ਇਕੁਏਸ਼ਨ ਬਣ ਗਈ ਇੱਕ ਤਰ੍ਹਾਂ ਦਾ ਕਾਂਸਟੈਂਟਸ ਨੇ ਦੋਨੋਂ ਮੈਂ C1 C2 ਲੈਦਾ ਵੇਅਰ C1 C2 ਆਰ ਕਾਂਸਟੈਂਟਸ ਤਾਂ ਆ ਜਿਹੜੀ ਇਕੁਏਸ਼ਨ ਬਣੀ ਹੈ ਕਿਹਦੀ ਇਕੁਏਸ਼ਨ ਬਣੀ ਤੁਹਾਨੂੰ ਮੈਂ ਕਿਤੇ ਸਮਝਾਈ ਸੀ ਗੱਲ ਯਾਦ ਆ ਕਿ ਜਦੋਂ ਇਕੁਏਸ਼ਨ ਵਿੱਚ y ਦੀ ਡਿਗਰੀ 1 ਹੋ ਜਾਵੇ x ਦੀ ਡਿਗਰੀ 2 ਹੋ ਜਾਵੇ ਤਾਂ ਕਿਹੜਾ ਬਣਦਾ ਹੈ ਉਹ जो प्रॉब्लम्स करा रहे थे ना पैराबोला ऊपर ਨੂੰ ਬਣੇਗਾ ਕਿ ਨੀਚੇ ਨੂੰ ਬਣੇਗਾ ਤੁਹਾਨੂੰ ਕਰਾਏ ਸੀ ਪੈਰਾਬੋਲਾ ਸਾਰੇ ਆ ਵਾਲਾ ਪੈਰਾਬੋਲਾ ਜਾਂ ਉੱਪਰ ਨੂੰ ਪੈਰਾਬੋਲਾ ਜਾਂ ਇੱਧਰ ਨੂੰ ਪੈਰਾਬੋਲਾ ਜਾਂ ਨੀਚੇ ਨੂੰ ਪੈਰਾਬੋਲਾ ਕਰਾਏ ਸੀ ਤਾਂ ਇੱਥੇ ਕੀ ਆ ਚਲੋ ਤੁਸੀਂ ਇਹਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਤੁਸੀਂ ਇਹ ਪੈਰਾਬੋਲਾ ਦੇ ਉਹਦੇ ਵਿੱਚ ਤੁਸੀਂ ਬਸ ਇਹ ਕਹੋਗੇ ਇੱਥੇ ਆ ਕੇ ਕਿ ਕਲੀਅਰਲੀ this is equation of parabola so projectile takes parabolic path या trajectory बस आ सीगा ਤੁਹਾਡਾ ਇਹਦੇ ਬਾਰੇ इक्वेशन ऑफ ट्रैजेक्टरी बारे मैं x लिखिया xy पॉइंट लिया कोई xy एक्सिस बनाई उस पॉइंट ਨੂੰ ਫਿਰ ਆਪਾਂ x ਤੇ y ਮੰਨ ਲਿਆ ਤੇ x ਨੂੰ ਪਤਾ ਕੀਤਾ y ਨੂੰ ਪਤਾ ਕੀਤਾ ਤੇ ਆ ਚੀਜ਼ ਚਾਹੇ ਤੁਸੀਂ ਆਰਟੀਕਲ ਕਰਦੇ ਹੋਏ ਚਾਹੇ ਨਾ ਲਿਖੋ ਇਕੁਏਸ਼ਨ ਆਫ ਟ੍ਰੈਜੈਕਟਰੀ ਦੇ ਤਾਂ ਵੈਸੇ ਦੱਸੀ ਤੁਹਾਨੂੰ ਮੈਂ ਗੱਲ ਇਹ ਤਾਂ ਵੈਸੇ ਗੱਲ ਦੱਸੀ ਮੈਂ ਇਹ ਕਿਉਂਕਿ ਨੂਮੈਰਿਕਲ ਚ ਕਿਵੇਂ ਪੋਜੀਸ਼ਨ ਪੁੱਛ ਲੈਂਦਾ ਪੋਜੀਸ਼ਨ ਫਾਈਂਡ ਦ ਪੋਜੀਸ਼ਨ ਐਟ ਐਂਡ ਟਾਈਮ ਪੋਜੀਸ਼ਨ ਕਿਵੇਂ ਫਾਈਂਡ ਕਰੋਗੇ x ਤੇ y ਦਾ ਪਤਾ ਕਰੋਗੇ ਹਾਂਜੀ ਯੋਗੇਸ਼ ਸਰ ਇਹਦੇ ਚ ਮਤਲਬ ਕਿ ਉਹ ਨਹੀਂ ਪਤਾ ਲੱਗਿਆ ਆਪਾਂ ਟਾਈਮ ਨੂੰ ਐਲੀਮੀਨੇਟ ਕਿਉਂ ਕੀਤਾ ਕਿਉਂਕਿ ਆਪਾਂ ਨੂੰ x ਤੇ y ਚ ਰਿਲੇਸ਼ਨ ਚਾਹੀਦਾ ਨਾ x ਤੇ y ਦੇ ਅਲੱਗ-ਅਲੱਗ ਆ ਗਏ ਆਪਣੇ ਕੋਲ ਤੇ ਉਹਨਾਂ ਦੋਨਾਂ ਦੀ ਟਾਈਮ ਹੀ ਕਾਂਸਟੈਂਟ ਹੈ ਜਾਂ ਟਾਈਮ ਹੀ ਪੈਰਾਮੀਟਰ ਹੈ ਜਿਹੜਾ ਸੇਮ ਕਾਮਨ ਹੈ ਸੌਰੀ ਤਾਂ ਆਪਾਂ ਟਾਈਮ ਨੂੰ ਦੋਨਾਂ ਚ ਉਡਾਵਾਂਗੇ ਤਾਂ x ਤੇ y ਚ ਰਿਲੇਸ਼ਨ ਆਏਗਾ ਇਹਨਾਂ ਨੂੰ ਜੋੜਨ ਵਾਲੀ ਕਿਹੜੀ ਹੈ ਟਾਈਮ ਹੈ ਬਸ ਟਾਈਮ ਹੈ ਬਾਕੀ ਸਾਰਾ ਕੁਝ ਤਾਂ ਵੈਸੇ ਹੀ ਕਾਂਸਟੈਂਟ ਹੈ u ਥੀਟਾ ਤੇ g ਇੱਕ ਟਾਈਮ ਹੀ ਹੈ ਜੋ ਬਦਲ ਰਿਹਾ ਦੋਨਾਂ ਚ ਕਾਮਨ ਤਾਂ ਆਪਾਂ ਇਸ ਟਾਈਮ ਨੂੰ ਗਾਇਬ ਕਰਨਾ ਵਿੱਚੋਂ ਤਾਂ ਪਹਿਲੀ ਇਕੁਏਸ਼ਨ ਜਿਵੇਂ ਐਲੀਮੀਨੇਟ ਕਰਦੇ ਟਾਈਮ ਨੂੰ ਫਾਈਂਡ ਕੀਤਾ ਦੂਜੀ ਚ ਪੁੱਟ ਕੀਤਾ ਤੇ ਬਣ ਗਈ ਇਕੁਏਸ਼ਨ ਇਹਨੂੰ ਕਹਿੰਦੇ ਨੇ ਇਕੁਏਸ਼ਨ ਆਫ ਟ੍ਰੈਜੈਕਟਰੀ ਬਸ ਪੇਪਰ ਚ ਕਈ ਵਾਰ ਆਇਆ ਤਾਂ 5 ਨੰਬਰ ਚ ਤਾਂ ਇਹਨੂੰ ਲਿਖਣਾ ਪੈਂਦਾ ਪੂਰਾ 4 ਦੇ 4 ਆਰਟੀਕਲ ਲਿਖਣਾ ਪੈਣਾ ਮੈਕਸਿਮਮ ਪਹਿਲਾਂ ਟਾਈਮ ਆਫ ਫਲਾਈਟ ਪਤਾ ਕਰੋਗੇ ਫਿਰ ਇਹ ਪਤਾ ਕਰੋਗੇ ਉਹ ਫਿਰ ਆ ਸਾਰਾ ਕੁਝ ਕਲੀਅਰ ਹੈ ਗੱਲ ਹਾਂਜੀ ਸਰ ਤੇ ਸਰ ਪੈਰਾਬੋਲਾ ਵਗੈਰਾ ਕਿ ਇਹਦੀ ਕੀ ਸੀਗੀ ਤੁਸੀਂ ਦੱਸਿਆ ਪੈਰਾਬੋਲਾ ਦੀ ਇਕੁਏਸ਼ਨ ਜਦੋਂ ਇਹਦੀ y ਤੇ x ਵਿੱਚੋਂ ਕਿਸੇ ਇੱਕ ਦੀ ਡਿਗਰੀ 1 ਹੋ ਜਾਵੇ ਵੇਰੀਏਬਲ ਦੀ ਦੂਜੇ ਦੀ 2 ਹੋ ਜਾਵੇ ਤਾਂ ਉਹ ਪੈਰਾਬੋਲਾ ਹੁੰਦਾ ਹੈ ਹਮੇਸ਼ਾ ਫਿਲਹਾਲ ਤੁਸੀਂ ਇਹਨੂੰ ਇੰਨਾ ਕਿ ਯਾਦ ਰੱਖੋ ਜਿਵੇਂ ਜੇ x ਦੀ ਡਿਗਰੀ 1 ਹੋਵੇ ਤੇ y ਦੀ ਵੀ ਡਿਗਰੀ 1 ਹੋਵੇ ਤਾਂ ਕੀ ਬਣਦੀ ਹੈ ਲਾਈਨ ਬਣਦੀ ਹੈ ਯਾਦ ਹੈ ਨਾ ਸਟ੍ਰੇਟ ਲਾਈਨ ਹਾਂਜੀ ਸਰ ਤੇ ਜੇ ਇਹਨਾਂ ਚੋਂ ਕਿਸੇ ਇੱਕ ਦੀ ਵੀ ਡਿਗਰੀ 2 ਹੋਗੀ ਤਾਂ ਉਹ ਪੈਰਾਬੋਲਾ ਬਣ ਜਾਂਦਾ ਹੈ ਫਿਰ ਇਸ ਤਰ੍ਹਾਂ ਪੈਰਾਬੋਲਾ ਇਸ ਤਰ੍ਹਾਂ ਜਾਂ ਉੱਪਰ ਨੂੰ ਜਾਂ ਜਿਵੇਂ ਇੱਥੇ ਆਪਣੇ ਇਸ ਤਰ੍ਹਾਂ ਬਣ ਰਿਹਾ ਨੀਚੇ ਨੂੰ ਸਰ ਕਿਤੇ ਮਤਲਬ ਕਿ ਚਾਰੋਂ ਕੁਆਡਰੈਂਟਸ ਵਾਲੇ ਕਿਤੇ ਵੀ ਬਣ ਸਕਦੀ ਹੈ ਹਾਂ ਉਹ ਮਤਲਬ ਉਹੀ ਡਿਪੈਂਡ ਕਰਦਾ ਉਹ ਇਹਨਾਂ ਦੇ ਸਾਈਨ ਦੇ ਉੱਪਰ ਵੀ ਪੋਜ਼ਿਟਿਵ ਨੈਗੇਟਿਵ ਕਿਹੜਾ ਕਿੱਥੇ ਸਾਈਨ ਹੈ ਪਰ ਇਸ ਲਈ ਫਿਲਹਾਲ ਤੁਸੀਂ ਇਹ ਇੱਥੇ ਲਿਖ ਸਕਦੇ ਹੋ ਕਿ ਵੀ ਇਹ ਪੈਰਾਬੋਲਿਕ ਪਾਥ ਲਏਗਾ ਇੰਨਾ ਪਤਾ ਲੱਗ ਗਿਆ ਸਾਨੂੰ ਬਸ ਇਸ ਤੋਂ ਜ਼ਿਆਦਾ ਡਿਟੇਲ 'ਚ ਇੱਥੇ ਜਾਣ ਦੀ ਲੋੜ ਨਹੀਂ ਹੈ ਆਪਾਂ ਨੂੰ ਓਕੇ ਸਰ ਇਹ ਇੱਥੇ ਖਤਮ ਹੋ ਗਿਆ ਇਕੁਏਸ਼ਨ ਆਫ ਟ੍ਰੈਜੈਕਟਰੀ ਠੀਕ ਓਕੇ ਹਾਂਜੀ ਇਹ ਚੀਜ਼ ਕੁਝ ਪੁੱਛਣ ਵਾਲਾ ਕੁਝ ਪੁੱਛ ਲਓ ਕਿਸੇ ਨੇ ਪੁੱਛਣਾ ਹੋਵੇ ਸੋ ਇਕੁਏਸ਼ਨ ਆਫ ਟ੍ਰੈਜੈਕਟਰੀ ਤੇ ਆ ਕੇ ਮੈਂ xy ਐਕਸਿਸ ਬਣਾਈ ਉਸ ਤੋਂ ਪਹਿਲਾਂ xy ਐਕਸਿਸ ਤੇ ਬਿਨਾਂ ਸਾਰ ਰਹੇ ਨਾ ਦੇਖੋ ਲੋੜ ਹੀ ਨਹੀਂ ਸੀ ਤੇ ਇਕੁਏਸ਼ਨ ਆਫ ਟ੍ਰੈਜੈਕਟਰੀ ਤੇ ਆ ਕੇ ਫਿਰ ਮੈਂ ਉਹ ਬਣਾਤੀ ਕਿਉਂਕਿ ਮੈਨੂੰ x ਟ੍ਰੈਜੈਕਟਰੀ ਚ xy ਚ ਇਕੁਏਸ਼ਨ ਚਾਹੀਦੀ ਸੀ x ਤੇ y ਲਈ ਬਸ ਯਾਦ ਹੈ ਰੱਖਣਾ ਜਦੋਂ ਵੀ ਹੌਰੀਜ਼ੌਂਟਲ ਦੀ ਗੱਲ ਚੱਲੂਗੀ ਤਾਂ ਯੂਨੀਫਾਰਮ ਮੋਸ਼ਨ ਹੈ ਇਕੁਏਸ਼ਨ ਯੂਜ਼ ਕਰੂਗੀ s = vt ਦੈਟਸ ਇਟ ਤੇ ਵੈਲੋਸਿਟੀ ਹਮੇਸ਼ਾ ਹੀ u cos θ ਰਹੇਗੀ ਤੇ ਵਰਟੀਕਲ ਮੋਸ਼ਨ ਚ ਇਨੀਸ਼ੀਅਲ ਵੈਲੋਸਿਟੀ u sin θ ਰਹੇਗੀ ਫਾਈਨਲ ਦਾ ਪਤਾ ਨਹੀਂ ਹੁਣ ਇੱਥੇ ਮੇਨ ਗੱਲ ਇਹ ਆਂਦੀ ਹੈ ਵੈਲੋਸਿਟੀ ਐਟ ਐਨੀ ਟਾਈਮ t ਪੰਜਵਾਂ ਜਿਹੜਾ ਟੌਪਿਕ ਹੈ ਇਹਦਾ ਇੰਪੋਰਟੈਂਟ ਹੈ velocity at any time t ਕਿਸੇ ਵੀ ਟਾਈਮ t ਤੇ ਵੈਲੋਸਿਟੀ ਕਿਵੇਂ ਪਤਾ ਕਰੋਗੇ ਕਿਸੇ ਵੀ ਟਾਈਮ t ਤੇ ਇਹਦੇ ਲਈ ਫਿਰ ਮੈਂ ਤੁਹਾਨੂੰ ਗੱਲ ਹੋਈ ਇੱਕ ਵਾਰ ਫਿਰ ਸ਼ੋ ਕਰ ਦੇਣਾ ਬੇਸਿਕ ਚੀਜ਼ਾਂ ਹਰ ਡਾਇਗਰਾਮ ਆਪਾਂ ਅਲੱਗ-ਅਲੱਗ ਇਸ ਲਈ ਬਣਾ ਰਹੇ ਕਿ ਤੁਸੀਂ ਮਿਕਸ ਨਾ ਕਰੋ ਬਸ ਚੀਜ਼ਾਂ ਨੂੰ ਹਰ ਗੱਲ ਨੂੰ ਸਮਝੋ ਕਿ ਕਿਵੇਂ ਆਪਾਂ ਆਰਗੂਮੈਂਟ ਡਿਵੈਲਪ ਕਰਦੇ ਹਾਂ ਇੱਥੋਂ ਮੰਨ ਲਓ u ਵੈਲੋਸਿਟੀ ਨਾਲ ਕੰਪੋਜ਼ ਕੀਤਾ ਸੌਰੀ ਪ੍ਰੋਜੈਕਟ ਕੀਤਾ थीटा एंगल ते प्रोजेक्टर ऐ जाएगा
ਐ ਗਿਰੇਗਾ ਧੜਾਮ। ਤਾਂ ਕਿਸੇ ਵੀ ਟਾਈਮ ਤੇ ਇਹਦੀ ਵੈਲੋਸਿਟੀ ਕਿੰਨੀ ਹੋਏਗੀ ਇੱਥੇ, ਜਿਵੇਂ ਉਹੀ ਵੈਲੋਸਿਟੀ ਜਿਹੜੀ ਮੈਂ ਪਹਿਲੇ ਆਰਟੀਕਲ 'ਚ ਦਿਖਾ ਰਿਹਾ ਤੁਹਾਨੂੰ ਸਭ ਤੋਂ ਪਹਿਲੇ ਪੇਜ ਤੇ ਅੱਜ, ਕਿ ਇਹਦੀ ਵੈਲੋਸਿਟੀ ਤੁਹਾਨੂੰ ਪਤਾ ਹॉरिजॉन्टल ਤਾਂ ਹਮੇਸ਼ਾ ਕਿੰਨੀ ਰਹਿਣ ਵਾਲੀ ਆ, ਬੋਲੋ ਜਿੰਨੀ ਪਹਿਲਾਂ ਸੀ u cos θ ਹੈ ਨਾ। ਸੋ ਵੈਲੋਸਿਟੀ ਦੇ ਕੰਪੋਨੈਂਟ ਪਤਾ ਕਰ ਲੈਣੇ ਆਪਾਂ ਬਸ। u cos θ ਤਾਂ ਹਮੇਸ਼ਾ ਹੀ ਆ ਰਿਹਾ ਭਾਵੇਂ ਟਾਈਮ ਜਿੰਨਾ ਮਰਜ਼ੀ ਹੋਵੇ, ਪਰ u sin θ ਜਿਹੜਾ ਆ ਉਹ u sin θ ਤਾਂ ਸ਼ੁਰੂ ਤਾਂ ਹੋਏਗੀ, ਪਰ u sin θ ਇੱਥੇ ਨਹੀਂ ਰਹਿ ਰਹੀ, ਕਿਤੇ ਘਟ ਜਾਏਗੀ। ਤੇ ਕਿੰਨੇ ਟਾਈਮ ਬਾਅਦ ਆਪਾਂ ਪਤਾ ਕਰਨਾ ਹੈ ਸਭ ਕੁਝ, ਕੋਈ ਵੀ ਟਾਈਮ t ਟਾਈਮ ਬਾਅਦ। ਤਾਂ ਦੇਖ ਲਓ ਫਿਰ, ਤਾਂ हॉरिजॉन्टल कंपोनेंट कंपोनेंट्स पहला पता करते हैं, पूरा वेक्टर बाद पता लगता होना ਆਪਾਂ ਨੂੰ। ਇੱਥੇ ਸ਼ੁਰੂ ਚ ਪੂਰਾ ਵੈਕਟਰ ਪਤਾ ਸੀ u, ਉਤੋਂ ਕੰਪੋਨੈਂਟ ਬਣਾਏ ਸੀ, ਅੱਗੇ ਜਾ ਕੇ ਕੰਪੋਨੈਂਟ ਇਹਦਾ ਬਿਹੇਵੀਅਰ ਵੱਖਰਾ ਹੋ ਗਿਆ, ਇਹਦਾ ਬਿਹੇਵੀਅਰ ਘਟਣਾ ਸ਼ੁਰੂ ਹੋ ਗਿਆ, ਤਾਂ ਦੋਨਾਂ ਤੋਂ ਮਿਲਾ ਕੇ ਫਿਰ ਆਪਾਂ u ਦਾ ਜਿਹੜਾ ਫਾਈਨਲ ਕੰਪੋਨੈਂਟ ਬਣਾਉਂਦੇ ਆ ਵੈਲੋਸਿਟੀ v, ਜੋ ਇੱਥੇ ਆਏਗੀ v। ਉਹਦੇ ਲਈ हॉरिजॉन्टल कंपोनेंट्स कंपोनेंट ऑफ वेलोसिटी आफ्टर टाइम t कितना होएगा, ਉਹਨੂੰ vx ਕਹਿ ਦਿੰਦੇ ਜਦੋਂ ਆਪਾਂ जस्ट नाम देता vx, तो कितना होएगा u cos θ ही होएगा। इस तरह वर्टिकल कंपोनेंट आफ्टर टाइम t, अगर आप पता करना है ਤਾਂ ਇਹ ਤੇ ਥੋੜਾ ਜਿਹਾ ਖਿਆਲ ਕਰੋ ਗੱਲ ਦਾ। ਇਹਦੀ ਇਨੀਸ਼ੀਅਲ ਵੈਲੋਸਿਟੀ ਤੁਹਾਨੂੰ ਪਤਾ ਹੈ, क्योंकि इतने सीधा थोड़ी लिख दोगे, ये तो कट रही है। इनिशियल वेलोसिटी u sin थीटा है, टाइम कितने बाद पता करना चाहते हो, t टाइम बाद, एक्सेलरेशन माइनस g, फाइनल वेलोसिटी पता कर लो t टाइम बाद कितनी आएगी, पता करना है। ताकि आएगी वो फाइनल वेलोसिटी का कंपोनेंट vy कह दी ना, इसका नाम vy रख देने। इनिशियल वेलोसिटी एक्सेलरेशन इनटू टाइम, तो कितना आ जाएगा, आएगी वर्टिकल कंपोनेंट ऑफ वेलोसिटी, ये आएगी हॉरिजॉन्टल कंपोनेंट ऑफ वेलोसिटी। अब 1 है, ये 2 है। सो देयरफॉर वेलोसिटी एट एनी टाइम t कितनी हो जाएगी, होगी v वेक्टर, यानी कि उन्होंने पहले लिख सकते हैं vx i कैप vy j कैप। तो जो वेलोसिटी वेक्टर फॉर्म च लिखना होवे किते जैसे की लिखा u cos θ i कैप प्लस u sin θ माइनस g t j कैप। तो फाइनल वेलोसिटी का मैग्नीट्यूड कितना आएगा, आई आएगा। तो कंपोनेंट्स तो पता नहीं हो, कई लोग इन्हें सॉल्व कर लेते हैं अगे, पर मैं प्रेफर करता हूं कि इन्हें सॉल्व ना करोगे, इत्थे ही छड़ दो बस। आपकी फाइनल वेलोसिटी है, पेपर च जो आएगा, जो न्यूमेरिकल आएगा अपन यूज कर लांगे, सॉल्व कर लांगे। नहीं तो इन्हें सॉल्व करके लिखा जा सकता, यूज के कॉस के, यूज के साइंस के इकट्ठा करके यूज के बन जाएगा, तो बाकी सारा आ जाएगा। सर पिछला पेज ओपन कर रहे हो, 1 मिनट। हाँ जी आ लो। इत्थे ख्याल रखने वाली गल है कि वर्टिकल कंपोनेंट जो पता करना है ना, तो ये क्योंकि ये वर्टिकल मोशन है अपना, ਉਹਨੂੰ ਕੰਸੀਡਰ ਕਰਨਾ ਪੈਂਦਾ ਆਪਾਂ ਨੂੰ। ਤਾਂ ਆ ਜਿਹੜੀ ਗੱਲ ਹੈ ਇਹ ਐਕਸਲਰੇਟਿਡ ਮੋਸ਼ਨ ਦੇ ਥਰੂ ਆਉਂਦੀ ਹੈ। ਆ ਦਿੱਤੀਆਂ ਗਈਆਂ ਜਾਣਕਾਰੀਆਂ ਨੇ, ਤੇ ਆ ਇਕੁਏਸ਼ਨ ਆਫ ਮੋਸ਼ਨ ਯੂਜ਼ਡ ਹੈ ਕਿ v = u + a। सर एक तो पीछे वाला पेज करियो जरा। आ लो। हाँ जी सर, अगला। ठीक है, हाँ जी सर, हो गया। सो ये बड़ा इंपॉर्टेंट है। इस आर्टिकल ਨੂੰ ਕਰਦੇ ਹੋਏ ਬੇਸਿਕਲੀ ਤੁਸੀਂ ਕੰਮ ਕਰਨ ਦਾ ਤਰੀਕਾ ਸਿੱਖਦੇ ਹੋ, ਨਾ ਕਿ ਆਰਟੀਕਲ ਡਰਾਈਵ ਕਰ ਰਹੇ ਹੋ ਇਕੱਲੀ। ਮੈਂ ਤੁਹਾਨੂੰ ਹੁਣ ਇਹ ਚ ਦੱਸਦਾ ਕਿ ਬੇਸਿਕ ਗੱਲਾਂ ਕਿਹੜੀ-ਕਿਹੜੀਆਂ ਆਪਾਂ ਕੀਤੀਆਂ ਨੇ ਜਿਹੜੀਆਂ, ਤੇ ਬਹੁਤ ਸਾਰਾ ਸਮ ਅਪ ਵੀ ਕਰਦਾ ਵਾਂ। ਤੁਹਾਡਾ ਜੇ ਦਿਮਾਗ ਤੇ ਥੋੜਾ ਲੱਗ ਰਿਹਾ ਪਤਾ ਕਾਫੀ ਕੁਝ ਇਕੱਠਾ ਹੋ ਗਿਆ, ਕੋਈ ਗੱਲ ਨਹੀਂ, ਆਪਾਂ ਇਕੱਠਾ ਕਰਦੇ ਹਾਂ। ਹੁਣ ਆਪਾਂ ਐ ਕਰਦੇ ਹਾਂ, इकट्ठा करते हैं आप दूसरे बोर्ड के उपर, क्योंकि ये उत्थे ना मैं पिछले पेज तो कुछ कॉपी पेस्ट कर पाना अगले पेज से, इत्थे मैं कर नहीं पाता।
इस ते टूल है नहीं, क्योंकि ये कैरी करना ना 12 पेज पीछे नहीं करना पैना। देखो हुण ध्यान नाल मेरी गल नूं सुनो। आ मान लो आपां किसी प्रोजैक्टाइल की गल करनी जिहड़ी इत्थों करनी है, ते इसनूं आपां मान लैंदे हां कि यह एक्स एक्सिस ही है। जिथों पार्टिकल नूं प्रोजैक्ट करना है प्रोजैक्टाइल नूं, उसनूं मान लैंदे हां आही अपना ओरिजिन है, ते इत्थों ही आपां वाई एक्सिस की भी गल कर लैंदे हां, ते वाई एक्सिस जिहड़ी अपनी है वो ए है। आ वाई एक्सिस है। सो तुसीं देखो जिन्ना मोशन नूं डिफर करके सीख पाओगे अलग अलग चीज़ों नूं, वर्टिकल नूं अलग, हॉरिजॉन्टल नूं अलग, उन्ना ही ज़्यादा वधिया सीख पाओगे जी। आ वाई एक्सिस मान लो, ए एक्सिस है, काम उत्थे ही हो रहा। मान लो इत्थों प्रोजैक्टाइल ने प्रोजैक्ट करना है आपां किसी भी वेलोसिटी दे नाल, ते जिहड़ी वेलोसिटी नाल प्रोजैक्ट करना है उस वेलोसिटी नूं मैं ब्लू कलर नाल मैंशन कर रहा, तो इसदा कोई पर्पस है, क्योंकि उसका पर्पस यह है कि वो वेलोसिटी इसी डायरेक्शन च जिस डायरेक्शन मैं मैंशन कर रहा जिवें इस डायरेक्शन। ठीक है, आ मेरी नेट वेलोसिटी ए हो सकती है, ए होगी तो देखो हॉरिजॉन्टल कंपोनेंट ज्यादा बड़ा होएगा, वर्टिकल कंपोनेंट छोटा होएगा। जिन्ना ए ऊपर नूं प्रोजेक्ट करो वर्टिकल कंपोनेंट बड़ा होएगा, हॉरिजॉन्टल छोटा होएगा। इसी अकॉर्डिंग इसलिए हाइट ज्यादा गेन करेगी, दूरी घट। तो इत्थे आपां जनरली शो कर मान लो किसी भी एंगल ते मैं इत्थों प्रोजेक्ट करना है पार्टिकल। आ जिहड़ी है ये मेरी वेलोसिटी दा नेट वेलोसिटी है, इस दिशा च ही कीती है। ਇਹਦਾ ਨਾਮ ਆਪਾਂ ਰੱਖਦੇ ਹਾਂ u ਵੈਕਟਰ, ਤੇ ਪਰ ਇਸ u ਵੈਕਟਰ ਦੀ ਜੋ ਲੈਂਥ ਹੁੰਦੀ ਹੈ ਉਹ ਕੱਲਾ u ਹੁੰਦੀ ਹੈ ਵੀ ਕਿੰਨੀ ਨਾਲ ਪ੍ਰੋਜੈਕਟ ਕੀਤਾ, ਬਸ ਇਸ ਡਾਇਰੈਕਸ਼ਨ ਚ ਕੀਤਾ। ਪਰ ਤੇ ਆ ਐਂਗਲ ਥੀਟਾ ਨਾਲ ਪ੍ਰੋਜੈਕਟ ਕੀਤਾ ਤਾਂ ਥੀਟਾ ਵੀ ਐਂਗਲ ਆਪਾਂ ਨੂੰ ਗਿਵਨ ਹੁੰਦਾ ਹੈ। पहले तीन मैं ये डिस्कस नहीं करने जा रहा, पहले तीन मैक्सिमम हाइट, हॉरिजॉन्टल रेंज, टाइम ऑफ फ्लाइट मैं नहीं डिस्कस कर रहा, क्योंकि वो तो तुहानू पता ही है, वो पहला भी कर चुके, मैं अज भी रिवाइज कराता। पर मैं अज वाला कल जो डिस्कस करने जा रहा काम कि उन्होंने किवें करते हैं। हुण मैनूं पता है कि असल में जिहड़ा इमोशन होएगा, तो इमोशन होएगा इस तरह कि ये इस तरह पार्टिकल जाएगा कोई हाइट गेन करके, असल विच इस तरह जाके इत्थे गिरेगा। तुहानूं पता बॉल तो सिट देवें जाती है, तो किसी पर्टिकुलर टाइम ते जिवें ये टाइम 0 है, इत्थे 0 टाइम ते ही शुरू किया, मतलब जदों प्रोजेक्ट किया तो टाइम सीगा t = 0। जदों ये पार्टिकल इत्थे गिरिया तो टाइम कितना सीगा दसेगा कोई? टाइम ऑफ फ्लाइट है ना, पूरी होगी ना फ्लाइट, जदों गिरिया तो किन्ने टाइम ते गिरिया। अच्छा, इस तो बाद टप्पे खा सकता, पर वो पे मैटर नहीं कर रही गल, मैं इत्थे जस्ट नहीं गल कर रहा। तो किसी भी पर्टिकुलर मोमेंट ते जे गल, सब तो हाइट ते गल नहीं कर रहा मैं, किसी भी मोमेंट मान लो इस जगह ते गल कर रहे हैं, मैं इस जगह ते आप देख रहे किसी भी टाइम टी ते वो इत्थे पहुंच गया, जो टाइम सीगा टी, when the time was टी टी, ते पार्टिकल पहुंच गया किथे एट पी। आ पॉइंट पी है, मान लो जिस पार्टिकल ते वो पहुंच गया पी पॉइंट ते। तो सब तो पहली गल ते पार्टिकल पहुंच किथे गया, ओदी एग्जैक्ट लोकेशन की है। एग्जैक्ट लोकेशन थोनू कल्ले एक्स डिस्टेंस तो नहीं पता लगेगी, थोनू ओदा एक्स कोऑर्डिनेट भी पता करना पड़ेगा ते वाई कोऑर्डिनेट पता करना पड़ेगा, पी एक्स कोमा वाई। तो एक्स कोऑर्डिनेट ओदा की होएगा, हॉरिजॉन्टल दी डायरेक्शन जिहड़ा इत्थों तो लेके इत्थे तक, इत्थे तक थोड़ा ऊपर दिखा रहा मैं, इत्थे तक थोड़ा बोल्ड करता मैं, ठीक है। तो वाई जिहड़ा होएगा, कलर में उसी नाल बना रहा है, वाई देखो वो आ होएगा, ये कितना ऊपर गया है हाइट, ये कितनी गिर गई, दिस इज द वाई। ठीक है, आ एक्स है, ए वाई है, आ इन्ना एक्स है,
ਤੇ ਆ ਜਿਹੜਾ ਉੱਪਰਲਾ ਡਿਸਟੈਂਸ ਹੈ ਇਹ y ਹੈ। ਹੁਣ x ਤੇ y ਪਤਾ ਲੱਗ ਜਾਣ ਤਾਂ ਪਾਰਟੀਕਲ ਦੀ ਪੋਜੀਸ਼ਨ ਪਤਾ ਲੱਗੇਗੀ ਨਾ। ਸਭ ਤੋਂ ਪਹਿਲਾਂ ਪਾਰਟੀਕਲ ਦੀ ਮੈਂ ਗੱਲ ਕਰ ਰਿਹਾ ਪੋਜੀਸ਼ਨ ਦੀ, ਨੈਟ ਪੋਜੀਸ਼ਨ ਜੇ ਪਾਰਟੀਕਲ ਦੀ ਗੱਲ ਕਰਾਂ ਤੇ ਪਾਰਟੀਕਲ ਦੀ ਪੋਜੀਸ਼ਨ ਜਿਹੜੀ ਹੈ ਉਹਨੂੰ ਜੇ ਵੈਕਟਰ ਫਾਰਮ 'ਚ ਲਿਖਣਾ ਹੋਵੇ r ਵੈਕਟਰ ਤਾਂ ਕੀ ਲਿਖਾਂਗਾ ਮੈਂ xi ਕੈਪ ਪਲੱਸ yj ਕੈਪ। ਤੁਹਾਨੂੰ ਪਤਾ ਹੈ ਇਹ ਗੱਲ। x ਤੇ y ਪਤਾ ਕਰਨ ਦੇ ਲਈ ਜਦੋਂ ਆਪਾਂ ਚੱਲਦੇ ਆ ਤਾਂ ਆਪਾਂ ਸਭ ਤੋਂ ਪਹਿਲਾਂ x ਪਤਾ ਕਰਦੇ ਆ। x ਹੌਰੀਜ਼ੌਂਟਲ ਹੈ ਤੇ ਹੌਰੀਜ਼ੌਂਟਲ 'ਚ ਸਿੰਪਲ ਜੀ ਗੱਲ ਹੈ, ਬਹੁਤ ਸੌਖਾ ਲਿਖਣਾ। x ਕਿੰਨਾ ਹੋਏਗਾ ਫਿਰ? ਹੌਰੀਜ਼ੌਂਟਲ ਮੋਸ਼ਨ ਤੁਹਾਨੂੰ ਪਤਾ ਯੂਨੀਫਾਰਮ ਮੋਸ਼ਨ ਹੈ ਵੀ ਜਿਹੜੀ ਉਹਦੀ ਹੌਰੀਜ਼ੌਂਟਲ ਵੈਲੋਸਿਟੀ u cos θ ਇਨਟੂ ਟਾਈਮ t, ਬਸ ਹੋ ਗਿਆ। ਇਸੇ ਤਰ੍ਹਾਂ y ਕੱਢਣਾ ਕਿੰਨਾ ਸੌਖਾ ਹੈ। ਦੇਖੋ y ਜਿਹੜਾ ਵਰਟੀਕਲ ਹੈ ਤੇ y ਦੇ ਲਈ ਤੁਹਾਨੂੰ ਪਤਾ ਕੀ ਯੂਜ਼ ਕਰੂੰਗਾ ਮੈਂ s equal to ut, और डिस्टेंस s हो गया ना y, u यानी कि u sin थीटा into t माइनस हाफ g t स्क्वायर आ गया। आ x ਤੇ ਆ y ਨੇ। ਬਸ ਜਦੋਂ ਆਪਾਂ ਇਹਨਾਂ ਦੋਨਾਂ ਦੇ ਵਿੱਚੋਂ एलिमिनेट करते हैं t ਨੂੰ, टाइम ਨੂੰ, we get की मिल जाता सानू इक्वेशन ऑफ ट्रैजेक्टरी। ते हुण जदों आपां इसे पॉइंट ते गल करदे कि नेट वेलोसिटी कितनी होएगी पार्टिकल, तां वेलोसिटी पता करने लिए असीं इहदे कंपोनेंट्स पता करदे हां। इसी वेलोसिटी दा एक कंपोनेंट जिहड़ा कदी नहीं बदलदा, जिन्ना नीचे सीगा इत्थे उन्ना ही रहेगा इत्थे, वो कितना आएगा u cos थीटा। उन्होंने आप वेलोसिटी का x कंपोनेंट कह देने तो x की जगह भी vx कह देने आप, ते y कंपोनेंट vy कह देने आप। vx कंपोनेंट किवें आएगा? कुछ नहीं करना, u cos थीटा लिख दो बस, है ना, क्योंकि u cos थीटा ही है वेलोसिटी तो बदली नहीं। ते वेलोसिटी का y कंपोनेंट की होता है भी इत्थे जिन्नी वेलोसिटी का y कंपोनेंट सीगा इत्थे ਉਹ ਸੀਗਾ u sin थीटा, ਤੇ ਹੁਣ ਇੱਥੇ ਘਟ ਚੁੱਕਾ ਹੁਣ, ਤੇ ਉਹ ਘਟੇਗਾ ਤਾਂ ਉਹਨੂੰ ਕਿਵੇਂ ਕੈਲਕੂਲੇਟ ਕਰਦੇ ਆ? v equal to u plus at, ਤਾਂ u plus at ਕਰੋ ਇਹਨੂੰ। u ਕਿੰਨਾ? u sin थीटा plus a ਕਿੰਨਾ ਹੈ? minus g, t ਕਿੰਨਾ ਹੈ? t, u sin थीटा minus g t, बस। ਸੋ ਆ ਵੈਲੋਸਿਟੀ ਦੇ ਦੋਨੋਂ ਕੰਪੋਨੈਂਟ ਜਦੋਂ ਮਿਲ ਗਏ, ਆ ਵਾਲੇ ਦੋਨੋਂ ਕੰਪੋਨੈਂਟ, ਇਹਨਾਂ ਦੋਨਾਂ ਨੂੰ ਮਿਲਾ ਕੇ ਇਹਦਾ ਫਿਰ ਜਿਹੜਾ ਬਣੇਗਾ ਨੈਟ ਕੰਪੋਨੈਂਟ ਬਣੇਗਾ ਵੈਲੋਸਿਟੀ ਦਾ, ਤੇ ਉਹ ਬੜਾ ਵੈਲੋਸਿਟੀ ਦਾ y ਕੰਪੋਨੈਂਟ ਨਹੀਂ। ਆ ਦੇਖੋ ਇਸ ਤਰ੍ਹਾਂ, ਦੇਖੋ ਥੋੜਾ ਝੁਕ ਗਿਆ ਨਾ ਉਧਰ ਨੂੰ, ਹੌਰੀਜ਼ੌਂਟਲ ਵਾਲੇ ਪਾਸੇ ਨੂੰ ਜਾ ਝੁਕ ਗਿਆ ਨਾ, ਦੇਖੋ u ਤੇ ਉਹ ਆ ਹੋ ਗਿਆ ਹੁਣ u ਨਹੀਂ ਰਿਹਾ। ਹੁਣ ਇਹਦਾ ਨਾਮ u ਨਹੀਂ ਰੱਖਣਾ ਪੈਣਾ, ਇਹਦਾ ਨਾਮ v ਰੱਖਾਂਗੇ ਆਪਾਂ। ਆ ਵਾਲਾ ਜਿਹੜਾ ਨੀਚੇ ਤੁਸੀਂ ਲਿਖਿਆ ਹੈ ਇਹ ਸਮਝ ਆਇਆ ਕੀ ਹੋਇਆ ਸਰ? ਜਿਹੜਾ ਨੀਚੇ ਲਿਖਿਆ ਨਾ ਲਾਸਟ ਤੇ ਹੁਣੇ, ਇਹ ਨਹੀਂ ਸਮਝ ਆਇਆ ਕਿਹੜਾ ਵੈਲੋਸਿਟੀ ਦਾ ਜਿਹੜਾ y ਕੰਪੋਨੈਂਟ ਲਿਖਿਆ। ਹਾਂ ਤਾਂ ਵੈਲੋਸਿਟੀ ਹਾਂ ਇੱਥੇ ਇਹ ਜਿਹੜਾ ਵਰਟੀਕਲ ਮੋਸ਼ਨ ਹੈ ਨਾ, ਇਹ ਤਾਂ ਵਰਟੀਕਲ ਮੋਸ਼ਨ ਕੀ ਹੈ? ਇਹ ਚ ਆ ਯੂਜ਼ ਕਰਨਾ, ਆ ਵਾਲੀ ਇਕੁਏਸ਼ਨ ਵੈਲੋਸਿਟੀ ਲਈ। तो ਕਿਹੜੀ ਇਕੁਏਸ਼ਨ ਯੂਜ਼ ਕਰੇਗਾ? v equal to u plus at ਯੂਜ਼ ਕਰੇਗਾ ਨਾ। ਹਾਂਜੀ ਸਰ, ਇਸ ਦੀ ਵਰਟੀਕਲ ਕੰਪੋਨੈਂਟ ਦੀ ਇੱਥੇ ਵਰਟੀਕਲ ਕੰਪੋਨੈਂਟ ਕਿੰਨਾ ਹੈ? vy ਹੈ, ਉਹੀ ਮੈਂ ਉਹਨੂੰ vy ਕਹਿ ਰਿਹਾ ਸੀ। ओके ओके सर, ठीक है ठीक है। u कितना है? इनिशियल वेलोसिटी कितनी है? 10 सर आ गया समझ सारा ना। आ इनिशियल मैं इक्वेशन गलत लगा रहा थी सर। हां, a दी जगह माइनस g आया क्योंकि ऊपर जा रहे हैं, t लिखता बस। सो ਤੁਹਾਨੂੰ ਅਲੱਗ-ਅਲੱਗ ਕਰਨਾ ਆਣਾ ਚਾਹੀਦਾ, ਫਿਰ ਇਕੱਠਾ ਕਰਕੇ ਤਾਂ ਤੁਸੀਂ ਕੱਢ ਹੀ ਲੈਣੇ ਹੋ। ਉਹਦੀ ਡਿਸਪਲੇਸਮੈਂਟ ਪਤਾ ਕਰਨੀ ਹੈ ਤਾਂ r ਦਾ ਮੈਗਨੀਟਿਊਡ ਕੱਢ ਦੋਗੇ, ਤੇ ਵੈਲੋਸਿਟੀ ਕੱਢਣੀ ਹੈ ਤਾਂ ਵੈਲੋਸਿਟੀ ਦਾ ਮੈਗਨੀਟਿਊਡ ਕੱਢ ਦੋਗੇ, ਕਿਉਂਕਿ x ਵੀ ਤੁਹਾਨੂੰ ਪਤਾ ਹੈ, y ਵੀ ਤੁਹਾਨੂੰ ਪਤਾ ਹੈ। एक होर जी बड़ी इंपॉर्टेंट गल ऐड करदा मैं, वो ध्यान नाल देखो कि जदों तुसीं किसी भी पोजीशन वैक्टर की गल करदे हो, जिहड़ा की हुंदा एक्स आई कैप प्लस वाई जे कैप, मान लो जदों वेलोसिटी नैट वेलोसिटी लिखदे हो v, ओहदी डी आर बाय डी टी हुंदी ना, रेट ऑफ चेंज ऑफ पोजीशन। वन डायमेंशनल मोशन च dx by dt कह दिंदे सी, पर हुण टू डायमेंशनल मोशन है तो r वेक्टर हो गया।
ਤਾਂ ਜਦੋਂ d by dt ਕਰੋਗੇ ਇਹਦਾ ਤਾਂ ਇਹ ਬੇਸਿਕਲੀ ਆਏਗਾ dx by dt i cap dy by dt j cap। ਸੋ ਵੈਲੋਸਿਟੀ ਦਾ ਇਹ x ਕੰਪੋਨੈਂਟ ਜਿਹੜਾ ਹੁੰਦਾ ਹੈ ਉਹ dx by dt ਹੁੰਦਾ ਹੈ ਤੇ ਵੈਲੋਸਿਟੀ ਦਾ y ਕੰਪੋਨੈਂਟ ਜਿਹੜਾ ਹੁੰਦਾ ਉਹ dy by dt ਹੁੰਦਾ ਹੈ। ਆ ਹੁੰਦੀ ਆਪਣੀ ਵੈਲੋਸਿਟੀ ਵੈਕਟਰ ਤੇ ਉਹ ਕੰਪੋਨੈਂਟਸ ਤੁਸੀਂ ਕੱਢ ਚੁੱਕੇ ਹੋ ਪਹਿਲਾਂ। ਹੁਣ ਤੁਸੀਂ ਦੇਖੋ ਤਾਂ ਇੱਥੇ ਜਿਹੜਾ x ਹੈ x ਤੁਸੀਂ ਕੱਢ ਚੁੱਕੇ ਹੋ ਨਾ ਆ x मैं तो दिखाना है करके और चीज जिवें देखो आ x है ਹੁਣ ਕਹਿਣ ਦਾ ਮਤਲਬ ਆ x ਹੈ ਤੇ x ਦਾ ਵੈਲੋਸਿਟੀ ਕੰਪੋਨੈਂਟ ਵੈਲੋਸਿਟੀ ਦਾ x ਕੰਪੋਨੈਂਟ ਕਿੱਥੋਂ ਆਏਗਾ ਇਸ x ਨੂੰ ਡੈਰੀਵੇਟਿਵ ਕਰਕੇ ਆਏਗਾ ਨਾ dx by dt ਤੇ ਕਰਕੇ ਦੇਖੋ ਕੀ ਆਉਂਦਾ ਫਿਰ x ਕਿੰਨਾ ਹੈ u cos theta into t। ਹੁਣ ਬੇਸਿਕਲੀ ਇੱਥੇ u cos theta ਦਾ ਕਾਂਸਟੈਂਟ ਆ ਬਾਹਰ ਹੀ ਆਣਾ ਤੇ t ਦਾ ਡੈਰੀਵੇਟਿਵ ਕੀ ਆਏਗਾ ਦੱਸੋ ਵਿਦ ਰਿਸਪੈਕਟ ਟੂ t 1 ਤੇ ਇਹ ਆ ਬਸ ਇੱਥੇ ਲਿਖਿਆ ਹੋਇਆ u cos theta ਕਹਿੰਦਾ y ਲਈ ਜੋ करोगे यही काम तो वेलोसिटी का y कंपोनेंट क्या आएगा dy by dt ਤੇ आ रहा y ਇਹਦਾ विद रिस्पेक्ट टू टाइम डेरिवेटिव कर दो ਕੀ आएगा पहला u sin थीटा आ जाएगा क्योंकि टाइम का डेरिवेटिव 1 है t ਦਾ विद रिस्पेक्ट टू 1 ਇਹਦਾ कांस्टेंट है ना सारा ਇਹਦਾ कांस्टेंट ही ਪਿਆ ਆ ਵੀ कांस्टेंट है सारा -12 gt² ਤੇ t² ਦਾ डेरिवेटिव ਕੀ ਆਂਦਾ है 2t तो 2 ना 2 कटे जाएगा तो ये बन जाएगा u sin थीटा माइनस gt बिल्कुल वही जो पहला ना यार देखो। सो कहने वाला आप वेलोसिटी के कंपोनेंट्स ਤੁਹਾਨੂੰ ਪਤਾ ਹੋਣੇ ਚਾਹੀਦੇ ਇਹਦੇ ਬਾਰੇ ਹੁਣ ਦੱਸੋ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਇਹ ਕੀ ਕੀਤਾ dx by dt ਆ ਸਮਝ ਨਹੀਂ ਆਇਆ। ਇਹ ਮੈਂ ਪਹਿਲਾਂ ਜੋ ਕੀਤਾ ਆ ਵਾਲਾ ਸਮਝਾਇਆ ਇਸ ਤੋਂ ਪਹਿਲਾਂ ਵਾਲੇ ਪੇਜ ਤੇ ਜੋ ਕੀਤਾ ਆ ਹਾਂਜੀ ਸਰ ਤਾਂ ਸਮਝ ਆ ਗਿਆ। x ਪਤਾ ਲੱਗ ਗਿਆ ਸੀ ਨਾ ਕਿੱਥੋਂ ਆਇਆ ਸੀ s v ਹਾਂਜੀ ਸਰ ਕਿਉਂਕਿ ਯੂਨੀਫਾਰਮ ਮੋਸ਼ਨ ਹੈ। ਦੇਖੋ ਧਿਆਨ ਨਾਲ ਇੱਕ ਵਾਰ ਦੁਬਾਰਾ ਮੈਂ ਫਾਰਮੂਲਿਆਂ ਨੂੰ ਐ ਗੋਲਿਆਂ 'ਚ ਪਾ ਦੇਣਾ ਇੱਥੇ ਫਾਰਮੂਲਾ ਲਗਾਇਆ ਮੈਂ s ut + ½ at²। क्योंकि वर्टिकल मोशन है इसलिए y ऐ पता किया। हुण मैं कह रहा कि जे तू आ इस x तो बाद वेलोसिटी फाइंड करनी है ਇਹਦੀ वेलोसिटी कितों फाइंड की कितों भी नहीं क्योंकि ये वेलोसिटी जो सी वही रहेगी हमेशा क्योंकि ये यूनिफॉर्म मोशन है। सो u cos थीटा सी u cos थीटा लिखते ਆਪਾਂ है ना। ਤੇ ਇੱਥੇ फाइंड ਕੀਤੀ ਆ v = u + at ਤੋਂ ਆ ਵੀ ਗੱਲ ਕਲੀਅਰ ਹੋਗੀ। ਹਾਂਜੀ ਸਰ ਤਾਂ ਪਹਿਲਾਂ ਕੀ ਫਾਈਂਡ ਕੀਤਾ ਸੀ s = ut + ½ at² ਤੋਂ ਪਹਿਲਾਂ ਆ ਤਾਂ y फाइंड ਕੀਤਾ ਸੀ ਨਾ डिस्टेंस ਕਿੰਨਾ मूव ਕੀਤਾ ਉਹਨੇ ਉੱਪਰ ਨੂੰ y ठीक है सर। वेलोसिटी फाइंड करें उत्थे वेलोसिटी कितनी है वर्टिकल वाली होती आहा आ v ते आ y है ठीक है सर है ना। वेलोसिटी ते डिस्टेंस फर्क है ना। ते मैं अगले पेज ते सिर्फ दिखा रहा कि एदा डेरिवेटिव कर दो तो आ जाऊगा जिवें dx by dt करके आंदा सी ना ते vx आएगा वेलोसिटी दा x कंपोनेंट आएगा एदा डेरिवेटिव कर दो तो आ जाऊगा ਆਹੀ ਨੀਚੇ ਆਣਾ। अच्छा सर मतलब दो फार्मूले ਨਾਲ ਆਪਾਂ ਨੇ डिस्टेंस ਤੋਂ वेलोसिटी ਕੱਢੀ ਹੈ ਇੱਕ ਤਾਂ ਸਿੰਪਲੀ ਫਾਰਮੂਲਾ ਪੁੱਟ ਕੇ ਦੂਸਰਾ ਡੈਰੀਵੇਟਿਵ ਨਾਲ। ਐਗਜ਼ੈਕਟਲੀ ਠੀਕ ਹੈ ਸਰ। ਮੈਂ ਇੱਥੇ ਦਿਖਾਇਆ ਤੁਹਾਨੂੰ ਕਿ ਦੇਖੋ वेलोसिटी ਤੁਸੀਂ वेलोसिटीਆਂ ਫਾਰਮੂਲਿਆਂ ਤੋਂ ਨਾ ਕੱਢੋ ਮੈਂ ਕਹਿ ਰਿਹਾ ਮੈਂ ਕਿਹਾ ਤੁਸੀਂ x ਤੇ y ਕੱਢ ਲੈਣਾ ਉਹਨਾਂ ਦੇ ਡੈਰੀਵੇਟਿਵ ਕਰ ਦਿਓ ਤਾਂ ਤੁਹਾਨੂੰ वेलोसिटीਆਂ ਮਿਲ ਜਾਣਗੀਆਂ ਜਾਂ ਤੁਸੀਂ वेलोसिटी ਸਿੱਧਾ ਫਾਰਮੂਲਾ ਲਾ ਕੇ ਕੱਢ ਲਓ ਦੋਨੋਂ ਮਰ ਕਰ ਲਓ। ਆ ਮੈਂ ਤੁਹਾਨੂੰ ਸਿਰਫ ਇਹ ਦਿਖਾਇਆ ਕਿ ਜਦੋਂ ਇੱਥੇ ਪੋਜੀਸ਼ਨ ਤੁਹਾਡੀ ਦੋ ਚੀਜ਼ਾਂ ਤੇ ਡਿਪੈਂਡ ਕਰਦੀ ਤਾਂ वेलोसिटी ਤੁਹਾਡੀ दो कंपोनेंट्स आंदे ने vx ਤੇ vy ठीक है। हाँ जी सर तो एक इक्वेशन ऑफ ट्रैजेक्टरी तो अपन को इंफॉर्मेशन किਵੇਂ ਪਤਾ ਲੱਗਦੀ ਹੈ। ਇਕੁਏਸ਼ਨ ਟ੍ਰੈਜੈਕਟਰੀ ਚ ਆਪਾਂ ਸਿਰਫ ਆ ਪਤਾ ਲੱਗਦਾ ਹੈ ਕਿ x ਤੇ y ਕੀ ਰਿਲੇਸ਼ਨ ਹੈ ਤੇ ਉਹਨਾਂ ਦਾ ਜਿਹੜਾ ਪਾਥ ਹੈ ਉਹ ਕਿਦਾਂ ਦਾ ਜਿਵੇਂ ਦੇਖਣਾ ਜਿਹੜਾ ਪੈਰਾਬੋਲਾ ਹੁੰਦਾ ਪੈਰਾਬੋਲਾ ਦੀ ਸ਼ੇਪ ਅਲੱਗ ਹੁੰਦੀ ਹੈ ਸੈਮੀ ਸਰਕਲ ਦੀ ਸ਼ੇਪ ਅਲੱਗ ਹੁੰਦੀ ਹੈ। ਸੈਮੀ ਸਰਕਲ ਤੇ ਪੈਰਾਬੋਲਾ ਚ ਫਰਕ ਹੁੰਦਾ ਹੈ ਦੋਨਾਂ ਚ। ਤਾਂ ਉਹ ਬੇਸਿਕਲੀ ਜੇ x² y² दोनों का कोएफिशिएंट सेम हुंदा दोनों विच x दी y दी पावर 2 हुंदी तां आपां कहंदे भी सर्कल सैमी सर्कल बन रहा
ਵੀ ਉਹ ਪ੍ਰੋਜੈਕਟਾਈਲ ਇਥੋਂ ਫਾਇਰ ਕਰਨ ਤੇ ਸੈਮੀ ਸਰਕੂਲਰ ਪਾਥ ਲੈ ਕੇ ਗਿਰੇਗਾ ਇੱਥੇ। ਹੁਣ ਸੈਮੀ ਸਰਕਲ ਜਿਹੜਾ ਹੁੰਦਾ ਉਹ ਅਲੱਗ ਚੀਜ਼ ਹੁੰਦੀ ਹੈ, ਸੈਮੀ ਸਰਕਲ, ਪਰ ਪੈਰਾਬੋਲਾ ਅਲੱਗ ਚੀਜ਼ ਹੁੰਦੀ ਹੈ। ਪੈਰਾਬੋਲਾ ਅਲੱਗ ਸ਼ੇਪ ਹੁੰਦੀ ਹੈ, ਪੈਰਾਬੋਲਿਕ ਪਾਥ। ਸੋ ਉਹ ਇੱਥੇ ਇਹਨਾਂ ਨੇ ਬਸ ਮੈਥਮੈਟਿਕਲੀ ਸ਼ੋ ਕੀਤਾ ਕਿ ਦੈਟ ਇਜ਼ ਅ ਪੈਰਾਬੋਲਾ। ਸਰ ਇਸ ਤੋਂ ਆਪਾਂ ਕੋਈ ਵੈਲਿਊ ਤਾਂ ਨਹੀਂ ਕੱਢ ਸਕਦੇ, ਮਤਲਬ ਜੇ ਆਪਾਂ ਇੱਕ ਆਪਣੀ ਇਕੁਏਸ਼ਨ ਹੋਵੇ ਆਪਾਂ ਕੋਈ ਵੈਲਿਊ ਤਾਂ ਨਹੀਂ ਕੱਢ ਸਕਦੇ ਇਹਦੇ ਵਿੱਚੋਂ? ਅਸੀਂ ਕੱਢ ਸਕਦੇ ਹਾਂ ਕਿਸੇ ਇਹਦੇ ਵਿੱਚ ਆਪਾਂ x ਪਤਾ ਹੋਵੇ ਤਾਂ y ਪਤਾ ਕਰ ਸਕਦੇ ਹਾਂ, ਪਰ ਇਹਦੀ ਆਪਾਂ ਲੋਡ ਨਹੀਂ ਪੈਂਦੀ। ਨਿਊਮੈਰੀਕਲਸ ਵੀ ਤਾਂ ਆਪਾਂ ਸਿੱਧਾ ਟਾਈਮ t ਗਿਵਨ ਹੁੰਦਾ, ਕਿਸੇ ਪਾਰਟਿਕੂਲਰ ਟਾਈਮ t ਤੇ ਆਪਾਂ x ਤੇ y ਫਾਈਂਡ ਕਰਦੇ ਹਾਂ, ਤੇ ਉਹ ਆਪਾਂ ਆਪਣਾ ਇੱਥੇ ਯੂਨੀਫਾਰਮ ਮੋਸ਼ਨ ਦੇ ਫਾਰਮੂਲੇ ਨਾਲ ਪਤਾ ਕਰਦੇ ਹਾਂ, ਇੱਥੇ y ਆਪਾਂ ਇਸ ਫਾਰਮੂਲੇ ਨਾਲ ਪਤਾ ਕਰਦੇ ਹਾਂ ਕਿਉਂਕਿ ਉਹ ਐਕਸਲਰੇਟਡ ਮੋਸ਼ਨ ਹੁੰਦਾ ਹੈ। ਫਿਰ ਆਪਾਂ ਲੋਡ ਹੀ ਨਹੀਂ ਪੈਂਦੀ ਉਹਦੀ ਅਲੱਗ-ਅਲੱਗ ਕਰਨ ਦੀ, ਉਸ ਟ੍ਰੈਜੈਕਟਰੀ ਦੀ ਇਕੁਏਸ਼ਨ 'ਚ ਜਾਣ ਦੀ। ਠੀਕ ਹੈ ਸਰ, ਠੀਕ ਹੈ। ਆਪਾਂ ਕਹਿਣ ਦਾ ਭਾਵ ਇਹ ਕਿ ਇਹ ਹੈ ਤਾਂ ਪ੍ਰੋਜੈਕਟਾਈਲ ਮੋਸ਼ਨ ਪਲੇਨ 'ਚ ਮੋਸ਼ਨ ਹੈ, ਪਰ ਪਲੇਨ ਵਾਲੇ ਮੋਸ਼ਨ ਨੂੰ ਅਸੀਂ ਦੋ ਲੀਨੀਅਰ ਮੋਸ਼ਨ 'ਚ ਤੋੜਤਾ। ਹੌਰੀਜ਼ੌਂਟਲ ਵੱਖਰੇ ਪੜਨ ਲੱਗ ਗਏ, ਵਰਟੀਕਲ ਵੱਖਰੇ ਪੜਨ ਲੱਗ ਗਏ। ਜਿੱਥੇ ਉਹ ਇਕੱਠਾ ਪੁੱਛਦੇ ਨੇ ਆਪਾਂ ਦੋਨਾਂ ਨੂੰ ਕੰਪੋਨੈਂਟਸ ਨੂੰ ਜੋੜ ਕੇ ਦੱਸ ਦਿੰਦੇ ਹਾਂ। ਠੀਕ ਹੈ ਸਰ। ਠੀਕ ਹੈ, ਹੁਣ ਮੈਂ ਮਤਲਬ ਆ ਇਕੁਏਸ਼ਨ ਇਹ ਦੋਹੇ ਲੀਨੀਅਰ ਮੋਸ਼ਨਸ ਨੂੰ ਲਿੰਕ ਕਰਦੀ ਹੈ। ਹਾਂ ਬਿਲਕੁਲ, ਦੋਨੋਂ ਲੀਨੀਅਰ ਮੋਸ਼ਨ ਨੂੰ ਲਿੰਕ ਕਰਦੀ ਹੈ। ਹੁਣ ਮੈਂ ਤੈਨੂੰ ਦੱਸਦਾ ਇੱਕ ਵਾਰ ਸਮ ਅਪ ਕਰਕੇ ਆਹੀ ਸਾਰੀ ਗੱਲ ਦੁਬਾਰਾ। ਹੁਣ ਸੁਣ ਸਾਰੇ ਜਣੇ ਸੁਣੋ, ਤੁਹਾਡੇ ਸਾਰਿਆਂ ਦੇ ਕਿਤੇ ਨਾ ਕਿਤੇ ਕੋਈ ਕਨਫਿਊਜ਼ਨ ਰਹਿ ਗਈ ਨਹੀਂ, ਹੁਣ ਨਿਕਲ ਜਾਣੀ ਹੈ। ਦੇਖੋ ਹੁਣ ਮੈਨੂੰ ਇਹਦੀ ਸ਼ਾਇਦ ਲੋੜ ਨਾ ਪਵੇ, ਮੈਂ ਉੱਤੇ ਹੀ ਕਰ ਦਿੰਦਾ ਅਗਲੇ ਤੇ ਹੀ, ਕਿਉਂਕਿ ਜਗ੍ਹਾ ਜ਼ਿਆਦਾ ਹੁੰਦੀ ਹੈ। ਹਾਂਜੀ ਯੋਗੇਸ਼। ਸਰ ਮੈਂ ਕਹਿ ਰਿਹਾ ਸੀ ਹੁਣ ਤੱਕ ਜਿੱਦਾਂ ਪ੍ਰੋਜੈਕਟਾਈਲ ਮੋਸ਼ਨ 'ਚ ਆਪਾਂ ਜੋ ਵੀ ਪੜਿਆ ਉਹ ਮਾੜਾ ਮਾੜਾ ਇੱਕ ਵਾਰੀ ਫਲੈਸ਼ਬੈਕ ਕਰ ਦਿਓ। ਤੇ ਮੈਂ ਉਹੀ ਤਾਂ ਕਹਿ ਰਿਹਾ ਨਾ, ਮੈਂ ਸਮ ਕਰਨ ਜਾ ਰਿਹਾ ਤੇ ਵਿੱਚੋਂ ਮਤਲਬ ਕਿ ਨੈਟ ਦੀ ਪ੍ਰੋਬਲਮ ਕਰਕੇ ਆਵਾਜ਼ ਨਹੀਂ ਆਉਂਦੀ ਨਾ। ਅੱਛਾ ਦੇਖੋ ਹੁਣ ਇੱਥੇ ਇਸੇ ਗੱਲਾਂ ਨੂੰ ਮੈਂ ਸਮ ਅਪ ਕਰਦਾ। ਡਾਇਗਰਾਮ ਥੋੜਾ ਜਿਹਾ ਛੋਟਾ ਬਣਾਉਣ ਜਾ ਰਿਹਾ ਤਾਂ ਕਿ ਤੁਹਾਨੂੰ ਗੱਲ ਸਮਝ ਲੱਗੇ ਸਿਰਫ। ਠੀਕ ਹੈ, ਉਹਦੇ ਲਈ ਮੈਂ ਡਾਇਗਰਾਮ ਛੋਟਾ ਇੱਥੇ ਕਾਰਨਰ 'ਚ ਬਣਾਉਣ ਜਾ ਰਿਹਾ। ਆਹ ਮੰਨ ਲਓ ਆਪਣਾ ਮੋਸ਼ਨ ਹੈ, ਇਸ ਡਾਇਰੈਕਸ਼ਨ 'ਚ ਆਪਾਂ ਐਕਸ ਐਕਸਿਸ ਨੂੰ ਲੈਣੇ ਆ ਇੱਧਰ, ਤੇ ਵਾਈ ਐਕਸਿਸ ਨੂੰ ਆਪਾਂ ਲੈਣੇ ਆ ਇੱਧਰ। ਸਿੰਪਲ ਜੀ ਗੱਲ ਹੈ। ਬਸ ਮੈਂ ਵਾਈ ਐਕਸਿਸ ਨੂੰ ਅਲੱਗ ਕਲਰ ਨਾਲ ਇਸ ਲਈ ਬਣਾਉਂਦਾ ਵਾਂ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਉਹ ਅਲੱਗ ਮੋਸ਼ਨ ਨੂੰ ਅਲੱਗ ਤਰ੍ਹਾਂ ਹੀ ਆਪਾਂ ਕੰਸੀਡਰ ਕਰਕੇ ਚੱਲਦੇ ਹਾਂ। ਸੋ ਮੈਂ ਵਾਈ ਐਕਸਿਸ ਨੂੰ ਇੱਥੇ ਬਣਾ ਦਿੰਦਾ ਹਾਂ ਬਲੂ ਦੇ ਨਾਲ, ਸਿਰਫ ਤੁਹਾਨੂੰ ਕਨਫਿਊਜ਼ਨ ਤੋਂ ਬਚਾਉਣ ਲਈ। ਆ ਮੰਨ ਲਓ ਵਾਈ ਐਕਸਿਸ ਹੈ, एक्स एक्सिस में ब्लैक ਦੇ ਨਾਲ ਬਣਾਈ ਹੈ, y एक्सिस में ब्लू ਦੇ ਨਾਲ ਬਣਾਈ ਹੈ। ਪਰ ਜਿਹੜਾ ਐਕਚੁਅਲ ਅਸਲ ਮੋਸ਼ਨ ਹੈ ਜਿੱਥੋਂ ਦੋਨੋਂ ਲਿੰਕ ਹੁੰਦੇ ਨੇ, ਉਸ ਮੋਸ਼ਨ ਨੂੰ ਕਿਉਂਕਿ ਆਪਾਂ ਉਹਨੂੰ ਐ ਕਰਦਾ ਕਿਸੇ ਹੋਰ ਕਲਰ ਨਾਲ ਬਣਾ ਦੇਣਾ। ਮੈਂ ਇੱਥੇ ਬਿਲਕੁਲ ਡਿਫਰੈਂਟ ਕਲਰ ਲੈਣਾ, ਯੈਲੋ ਕਲਰ ਨਾਲ ਬਣਾ ਦੇਣਾ। ਯੈਲੋ ਵਾਲਾ ਅਸਲ ਚ ਹੋ ਰਿਹਾ, ਬॉडी ਇੱਥੇ ਸਿੱਧੇ ਖੜੀ ਖੜੀ ਉੱਪਰ ਥੋੜੀ ਜਾ ਰਹੀ ਹੈ, ਬਾਲ ਤਾਂ ਸਿੱਧੇ ਮਾਰੀ ਹੈ। ਯੈਲੋ ਵਾਲਾ ਅਸਲ ਚ ਹੋ ਰਿਹਾ, ਇਸ ਲਈ ਮੈਂ ਅਸਲੀ ਵੈਲੋਸਿਟੀ ਨੂੰ ਯੈਲੋ ਨਾਲ ਹੀ ਬਣਾਉਂਗਾ। असली वेलोसिटी ਜਿਹੜੀ ਹੈ ਉਹ ਆ ਰਹੀ, ਤੇ ਜਿਹੜੀ ਅਸਲੀ ਵੈਲੋਸਿਟੀ ਹੈ ਉਹਦਾ ਮੈਗਨੀਟਿਊਡ ਜਿਹੜਾ ਹੈ ਉਹ u ਹੈ, ਤੇ ਇਸ ਨੂੰ u ਵੈਕਟਰ ਲਿਖਦੇ ਆ ਆਪਾਂ। ਤੇ ਇਹਦਾ ਐਂਗਲ ਆਫ ਪ੍ਰੋਜੈਕਸ਼ਨ ਮੰਨ ਲਓ ਥੀਟਾ ਹੈ ਹੌਰੀਜ਼ੌਂਟਲ ਦੇ ਨਾਲ। ਤਾਂ ਜਦੋਂ ਇਹ ਇਸ ਤੋਂ ਸਿੱਟਦੇ ਆ ਤਾਂ ਅਸਲੀ ਵਿੱਚ ਇਹ ਇੱਥੋਂ ਜਾਂਦਾ ਨਾ, ਇਹ ਅਸਲੀ ਹੈ ਸਾਰਾ ਕੁਝ ਜਿਹੜਾ ਯੈਲੋ ਕਲਰ ਦਾ ਪਾਥ ਬਣਾ ਰਿਹਾ। ਅਸਲ ਵਿੱਚ ਇਹ ਹੁੰਦਾ ਵਾ, ਇਹ ਕੋਈ ਐ ਨਹੀਂਗਾ ਕਿ ਮੈਂ ਉਹੀ ਮੰਨ ਲਿਆ। ਇਹ ਅਸਲੀ ਵਿੱਚ ਇਸ ਯੈਲੋ ਵਾਲੇ ਪਾਥ ਤੇ ਚੱਲ ਕੇ ਜਾਂਦਾ ਹੈ, ਉੱਥੇ ਗਿਰਦਾ ਹੈ, ਇੱਥੇ ਜਾ ਕੇ ਅਸਲ ਵਿੱਚ ਗਿਰਦਾ ਹੈ। ਤੇ ਕਿਸੇ ਪਾਰਟਿਕੂਲਰ ਮੋਮੈਂਟ ਤੇ ਉਹ ਕਿੱਥੇ ਹੋਏਗਾ ਮੈਂ ਇਹ ਪਤਾ ਕਰਨਾ ਚਾਹਨਾ। ਆ ਟਾਈਮ t = 0 ਤੋਂ ਇੱਥੋਂ ਪ੍ਰੋਜੈਕਟ ਕੀਤਾ ਗਿਆ, ਇਹ ਅਸਲ ਚ ਹੋ ਰਿਹਾ। ਤੇ ਜਦੋਂ ਪਾਰਟੀਕਲ ਇੱਥੇ ਪਹੁੰਚੇਗਾ ਅਸਲ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਤੇ ਪਹੁੰਚੇਗਾ ਇੱਥੇ, ਇਸ ਦੀ ਇਸ ਪੋਜੀਸ਼ਨ ਨੂੰ ਕਿਵੇਂ ਦੱਸਿਆ ਜਾ ਸਕਦਾ? ਇਸ ਦੀ ਇਸ ਪੋਜੀਸ਼ਨ ਨੂੰ ਦੱਸਣ ਦੇ ਲਈ ਤੁਹਾਨੂੰ ਇਹਦਾ हॉरिजॉन्टल डिस्टेंस पता होना चाहिए इथों कि इथों कितना दूरी ते है। इथों इथे मैं इहदे उपर बना रहा ब्लैक, क्योंकि ब्लैक क्यों बना रहे हैं? क्योंकि मैं हॉरिजॉन्टल की गल कर रहा। ते जे हाँ जी वर्टिकल डिस्टेंस भी तो दसना पैना ना। इथों मैं ब्लू दस रहा क्योंकि मैं उपर वाई एक्सिस वाले पासे दस रहा। ਤੇ ਆ ਜਿਹੜਾ ਡਿਸਟੈਂਸ ਹੈ ਇਸ ਦਾ ਨਾਮ ਰੱਖਿਆ ਗਿਆ y, ਤੇ ਜਿਹੜਾ ਡਿਸਟੈਂਸ ਉਹਨੇ ਹੌਰੀਜ਼ੌਂਟਲੀ ਇਧਰ ਨੂੰ ਕਵਰ ਕੀਤਾ ਇਹਦਾ ਨਾਮ ਰੱਖਿਆ ਗਿਆ x। ਤਾਂ ਆ ਜਿਹੜਾ ਪੁਆਇੰਟ ਹੈ ਜਿਹੜਾ ਅਸਲ ਵਿੱਚ ਉਹਦਾ ਪੁਆਇੰਟ ਦੇ ਕੋਆਰਡੀਨੇਟਸ ਆਣਗੇ, ਉਹ ਕੋਆਰਡੀਨੇਟਸ ਕੀ ਆਣਗੇ? x
ਕੌਮਾ y, ਜਿਵੇਂ ਜਿਓਮੈਟਰੀ ਚ ਤੁਸੀਂ ਪੜ੍ਹਦੇ ਹੋ ਕੋਈ ਦੋ ਪੁਆਇੰਟਸ, ਤੇ ਬਿਲਕੁਲ ਉਵੇਂ ਹੀ ਹੈ ਨਾ ਇਹ, ਦੇਖੋ ਇਹਦੇ ਬਾਰੇ ਕੋਈ ਡਾਊਟ ਹਿਮਾਨੀ? नहीं सर। ठीक है। मैं हाँ जी। किसी ने कहा ਤੁਹਾਨੂੰ ਜਾਣਕਾਰੀ ਕੀ ਦੱਸਿਆ ਗਿਆ ਹੈ, ਮੈਂ ਕਿਹਾ ਮੈਨੂੰ ਕੁਝ ਵੀ ਨਹੀਂ ਦੱਸਿਆ ਗਿਆ, ਮੈਨੂੰ ਸਿਰਫ ਇਹ ਦੱਸਿਆ ਗਿਆ ਕਿ ਇੱਕ ਪਾਰਟੀਕਲ ਹੈ, ਉਸ ਨੂੰ ਇਸ ਵੈਲੋਸਿਟੀ ਨਾਲ ਪ੍ਰੋਜੈਕਟ ਕੀਤਾ ਗਿਆ ਹੈ। ਤੇ ਅਗਲਾ ਕਹੂਗਾ ਅੱਛਾ ਐਰੋ ਤੋਂ ਕੀ ਪਤਾ ਲੱਗ ਰਿਹਾ, ਮੈਂ ਕਿਹਾ ਐਰੋ ਤੋਂ ਡਾਇਰੈਕਸ਼ਨ ਪਤਾ ਲੱਗ ਰਹੀ ਹੈ। ਉਹ ਕਹਿੰਦਾ ਡਾਇਰੈਕਸ਼ਨ ਕਿਵੇਂ ਪਤਾ ਲੱਗ ਰਹੀ ਹੈ, ਮੈਂ ਕਿਹਾ ਥੀਟਾ ਤੋਂ, ਕਿ ਹੌਰੀਜ਼ੌਂਟਲ ਨਾਲ ਇੰਨੇ ਐਂਗਲ ਤੇ ਪ੍ਰੋਜੈਕਟ ਕੀਤਾ। ਤੇ ਉਹ ਕਹਿੰਦਾ ਮੈਗਨੀਟਿਊਡ, ਮੈਂ ਕਿਹਾ ਮੈਗਨੀਟਿਊਡ ਯੂ ਲੈ ਲਓ, ਉਹਦੀ ਲੈਂਥ ਦੀ ਟੋਟਲ ਕਿੰਨੀ ਹੈ ਇਸ ਵੈਕਟਰ ਦੀ, ਤੇ ਇੰਨੀ ਵੈਲੋਸਿਟੀ ਨਾਲ ਇਧਰ ਨੂੰ ਪ੍ਰੋਜੈਕਟ ਕਰ ਦਿੱਤਾ। ਆ ਦੋਨੋਂ ਜਾਣਕਾਰੀਆਂ ਇਹਦੇ ਵਿੱਚ ਹੀ ਸਮਾਈਆਂ ਹੋਈਆਂ ਨੇ, ਇੱਕ ਤਰ੍ਹਾਂ ਕਹਿ ਸਕਦੇ ਹਾਂ, ਹੈਨਾ, ਕਿ ਇੰਨੀ ਵੈਲੋਸਿਟੀ, ਇੰਨਾ ਉਹਦਾ ਮੈਗਨੀਟਿਊਡ ਸਪੀਡ ਹੈ, ਤੇ ਇੰਨੀ ਉਹਦੀ ਐਂਗਲ ਤੇ ਪ੍ਰੋਜੈਕਟ ਕੀਤਾ, ਦੋਨੋਂ ਨੂੰ ਮਿਲਾ ਕੇ ਉਹ ਵੈਕਟਰ ਬਣ ਗਿਆ ਬੇਸਿਕਲੀ। ਕਲੀਅਰ ਹੈ ਗੱਲ? हाँ जी सर। ਹੁਣ ਮੈਨੂੰ ਕਿਹੜੀ ਗੱਲ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਜਦੋਂ ਆਪਾਂ ਕੋਈ ਮੋਸ਼ਨ ਪੜ੍ਹਦੇ ਆ? ਮੈਂ ਕਹਿੰਦਾ ਵੀ ਜਦੋਂ ਮੈਂ ਮੋਸ਼ਨ ਪੜ੍ਹਦੇ ਆ, ਗੁਰਾਂਸ਼ ਹੁਣ ਪਤਾ ਕੀ ਹੁਣ ਚੱਲਣ ਲੱਗ ਗਿਆ, ਹੁਣ ਯੈਲੋ ਤੇ ਚੱਲਣ ਦਾ, ਹੁਣ ਮੈਂ ਕਲਰ ਚੇਂਜ ਕਰਨ ਲੱਗਿਆ ਨਾ, ਫਿਰ ਉਹ ਹੋ ਜਾਣਾ, ਟਾਈਮ ਲੱਗ ਜਾਣਾ, ਤੇਰਾ ਮੈਸੇਜ ਆਇਆ ਜਿਹੜਾ, ਪਰ ਚਲੋ ਕਰ ਲੈਂਦੇ ਆ, ਮੈਂ ਕਰ ਵੀ ਕੁਛ ਹੋ ਸਕਦੀ ਹੈ। ਯੈਲੋ ਨਹੀਂ ਵਿਜ਼ੀਬਲ ਸਾਰਿਆਂ ਨੂੰ? विजिबल विजिबल है। दिख रहे हैं सर। अच्छा कह रहा विजिबल नहीं, चलो मैं करता हूँ, कलर कोई वैसे ले लो ज्यादा विजिबल हो ਜਿਹੜਾ, क्योंकि अपनी गल पूरी कंप्लीट आप कर देंगे। ऑरेंज ले लेने फिर, ऑरेंज इज डिफरेंट एंड दैट इज बेटर। ऑरेंज ना शो कर देना मैं, आ मान लो वेलोसिटी है, ये असली वेलोसिटी है u, ਇਹਦਾ एंगल ऑफ प्रोजेक्शन थीटा है भी गिवन है, ਤੇ ਅਸਲ ਵਿੱਚ ਜਿਹੜਾ ਮੋਸ਼ਨ ਹੈ ਉਹ ਇਸ ਤਰ੍ਹਾਂ ਹੋ ਰਿਹਾ ਹੈ, ਇਸ ਤਰ੍ਹਾਂ ਇੱਥੇ ਆ ਕੇ ਗਿਰ ਰਿਹਾ, ਠੀਕ ਹੈ ਜੀ। ਸੋ ਆ ਜਿਹੜਾ ਪਾਰਟੀਕਲ ਆ ਪੁਆਇੰਟ ਤੇ ਪਹੁੰਚਿਆ ਹੈ, ਕਿੰਨੇ ਟਾਈਮ ਬਾਅਦ ਪਹੁੰਚਿਆ? ਮੈਂ ਕਹਿੰਦਾ ਐਟ ਐਨੀ ਟਾਈਮ t, ਬੇਸਿਕਲੀ ਆਈ ਨੀਡ ਆਲ ਦਾ ਇਨਫੋਰਮੇਸ਼ਨ ਐਟ ਐਨੀ ਟਾਈਮ t। ਮੇਰਾ ਜਿਹੜਾ ਸਭ ਤੋਂ ਵੱਡਾ ਪਰਪਸ ਇਹ ਹੈ, ਐਟ ਐਨੀ ਟਾਈਮ t ਆਈ ਸ਼ੁੱਡ ਬੀ ਏਬਲ ਟੂ ਟੈਲ ਕਿ ਇਸ ਟਾਈਮ ਤੇ ਪ੍ਰੋਜੈਕਟਾਈਲ ਇੱਥੇ ਹੋਏਗਾ ਤੇ ਇੰਨੀ ਵੈਲੋਸਿਟੀ ਨਾਲ ਜਾ ਰਿਹਾ ਹੋਏਗਾ। ਕਲੀਅਰ ਹੈ ਗੱਲ? ਕੁਐਸਚਨ ਸਮਝ ਲਓ ਪਹਿਲਾਂ, ਠੀਕ ਹੈ ਜੀ ਗੱਲ, ਕਿ ਕਿੱਥੇ ਹੋਏਗਾ ਇਸ ਟਾਈਮ ਤੇ, ਗਿਵਨ ਟਾਈਮ ਤੇ ਕਿੰਨੀ ਵੈਲੋਸਿਟੀ ਨਾਲ ਜਾ ਰਿਹਾ ਹੋਏਗਾ। ਮੈਂ ਕਿਹਾ ਠੀਕ ਹੈ, ਫਿਰ ਐ ਕਰਦੇ ਹਾਂ ਕਿਸੇ ਵੀ ਟਾਈਮ t ਤੇ ਪ੍ਰੋਜੈਕਟਾਈਲ ਦੀ ਕੋਈ ਆਪਾਂ ਪੋਜੀਸ਼ਨ ਦੇਖ ਲੈਂਦੇ, ਮੰਨ ਲਓ t ਟਾਈਮ ਤੇ ਇੱਥੇ ਪਹੁੰਚਿਆ, ਤਾਂ ਆਪਾਂ ਕਹਿੰਦੇ ਲੈਟ ਇਟ ਰੀਚਸ the point x comma y at time t। ਹੁਣ ਜਦੋਂ t ਟਾਈਮ ਤੇ ਇੱਥੇ ਪਹੁੰਚਿਆ ਤਾਂ ਇੱਥੇ ਪਹੁੰਚਣ ਤੇ ਉਹਨੂੰ ਕਿਵੇਂ ਪੜਿਆ ਜਾਵੇ ਕਿੱਥੇ ਪਹੁੰਚਿਆ? ਮੈਂ ਕਹਾਂ ਦੇਖੋ ਆਹ ਪੜ ਲਓ ਵੀ ਹੌਰੀਜ਼ੌਂਟਲੀ ਕਿੰਨਾ ਗਿਆ ਆ, ਤੇ ਆਹ ਪੜ ਲਓ ਵਰਟੀਕਲੀ ਕਿੰਨਾ ਗਿਆ, ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿੱਥੇ ਪਹੁੰਚਿਆ, ਹਨਾ। ਤਾਂ ਆਪਾਂ ਉਹਦਾ ਹੌਰੀਜ਼ੌਂਟਲੀ ਜਿਹੜਾ x ਵੱਖਰਾ ਪਤਾ ਕਰਦੇ, y ਵੱਖਰਾ ਪਤਾ ਕਰਦੇ ਆ, x ਵੱਖਰਾ ਪਤਾ ਕਰਦੇ ਆ, ਤਾਂ ਤੁਹਾਨੂੰ ਦਾ ਹੌਰੀਜ਼ੌਂਟਲ ਮੋਸ਼ਨ ਕੀ ਹੈ? ਉਹਦਾ ਹੌਰੀਜ਼ੌਂਟਲ ਮੋਸ਼ਨ ਉਹਦਾ ਇਸ ਵੈਲੋਸਿਟੀ ਨਾਲ ਹੁੰਦਾ ਆ, ਇਧਰ ਨੂੰ ਜਿਹੜੀ ਵੈਲੋਸਿਟੀ ਹੁੰਦੀ ਹੈ ਉਹਦੀ u cos ਥੀਟਾ, ਤੇ ਜਿਹੜੀ ਵਰਟੀਕਲ ਵੈਲੋਸਿਟੀ ਜਿਹੜੀ ਹੁੰਦੀ ਹੈ ਇਧਰ ਨੂੰ ਸ਼ੁਰੂਆਤ ਵਿੱਚ ਹੁੰਦੀ ਹੈ u sin ਥੀਟਾ। ਤੇ ਸਟ੍ਰੇਟ ਲਾਈਨ ਮੋਸ਼ਨ ਨੂੰ ਡੀਲ ਕਰਦੇ ਹਾਂ ਤਾਂ u ਕੋ ਜਦੋਂ x ਆਏਗਾ, ਇੱਥੋਂ x ਕਿਵੇਂ ਆਏਗਾ? x ਆਏਗਾ velocity that is u cos theta, क्योंकि आई velocity नहीं है तो बदलती नहीं कभी, into time बस आ गया x in terms of t। पर y भी तो चाहिए है, नहीं तो पता किਵੇਂ लग गया? x तो था, x पता लग गया, पर इतनी दूर पे है की पता x तो ਇੱਥੇ है कि ਇੱਥੇ है कि ਇੱਥੇ है, ਇੱਥੇ है, ਇੱਥੇ है, ਇੱਥੇ कितने भी हो सकता है, x तो नहीं है हर जगह। y भी तो दसो कितना, y किਵੇਂ पता करते हैं? u यानी इनिशियल वेलोसिटी, टाइम, एक्सेलरेशन, t square। so y ਜਿਹੜਾ ਹੈ ਆਪਣਾ ਆ y ਆ ਗਿਆ। ਦੱਸੋ ਗੱਲ ਕਲੀਅਰ ਹੋਈ? ਤੇ ਇਹਦੇ ਨਾਲ ਮੈਨੂੰ ਪਤਾ ਕੀ ਲੱਗਿਆ ਕਿ ਪਾਰਟੀਕਲ ਕਿੱਥੇ ਹੈ। ਮੈਂ ਕਹੂੰਗਾ ਉਹਦਾ x ਡਿਸਟੈਂਸ ਇੰਨਾ ਹੈ, y ਇੰਨਾ ਹੈ। ਉਹ ਮੈਨੂੰ ਕਹਿੰਦਾ ਐ ਨਾ ਦੱਸੋ, ਮੈਨੂੰ ਸੱਚੀ ਦੱਸੋ ਕਿੱਥੇ ਹੈ, ਪੂਰਾ ਦੱਸੋ ਕਿੱਥੇ ਹੈ। मैं कहूँगा पूरा किवें दसां? फिर ऐ करदे आ, इस पॉइंट दा पोजीशन वेक्टर ले लैंदे आ एक्चुअल दे विच, कि एक्चुअल विच असल विच जो हो रहा है वो कित्थे है। ते एक्चुअल विच दा पोजीशन वेक्टर जिहड़ा होएगा
ਉਹ ਫਿਰ ਇਸ ਪੁਆਇੰਟ ਤੋਂ ਆ ਦੱਸਿਆ ਜਾਏਗਾ, ਹੈ ਕਿ ਨਹੀਂ? ਦੱਸੋ ਪੋਜੀਸ਼ਨ, ਇਨੀਸ਼ੀਅਲ ਪੋਜੀਸ਼ਨ ਤੋਂ ਫਾਈਨਲ ਪੋਜੀਸ਼ਨ, ਕਲੀਅਰ ਹੈ ਗੱਲ? ਤੇ ਆ ਜਿਹੜਾ ਪੋਜੀਸ਼ਨ ਦੱਸੀ ਜਾਏਗੀ ਇਸ ਦਾ ਨਾਮ ਆਰ ਵੈਕਟਰ ਰੱਖ ਦਿਓ ਕਿਸੇ ਵੀ ਟਾਈਮ ਤੇ ਆਰ ਵੈਕਟਰ ਜਿਹੜਾ ਹੋਏਗਾ ਮੈਂ ਕਹੂੰਗਾ ਵੈਕਟਰ ਫਾਰਮ ਚ ਦੱਸ ਦਿੰਦੇ ਆ, ਉਹ ਹੋਏਗਾ ਫਿਰ x i ਕੈਪ ਪਲਸ y j ਕੈਪ। ਤੇ x ਉੱਪਰੋਂ ਮੈਨੂੰ ਟਾਈਮ ਤੇ ਪਤਾ ਹੀ ਹੈ i ਕੈਪ j ਕੈਪ, ਮਿਲ ਗਿਆ ਆਰ ਵੈਕਟਰ ਬਸ। ਤੇ ਉਹ ਕਿੰਨੀ ਵੈਲੋਸਿਟੀ ਨਾਲ ਚੱਲ ਰਿਹਾ ਮੈਂ ਵੀ ਪਤਾ ਕਰਨਾ ਨਾ, ਕਿੰਨੀ ਵੈਲੋਸਿਟੀ ਨਾਲ ਚੱਲ ਰਿਹਾ ਉਹ, ਤੇ ਵੈਲੋਸਿਟੀ ਨਾਲ ਫਿਰ ਮੈਨੂੰ ਇਸ ਮੋਮੈਂਟ ਤੇ ਇਹਦੀ ਵੈਲੋਸਿਟੀਜ਼ ਪਤਾ ਕਰਨੀ ਪੈਣੀ ਹੈ, ਕਿਉਂਕਿ ਹੁਣ ਮੈਨੂੰ ਵੈਲੋਸਿਟੀ ਵੀ ਚਾਹੀਦੀ ਉਸ t ਟਾਈਮ ਤੇ ਕਿੰਨੀ ਹੈ, ਤਾਂ ਉਹਦੀ ਵੈਲੋਸਿਟੀ ਦੇ ਦੋ ਕੰਪੋਨੈਂਟ ਪਤਾ ਕਰਨੇ ਪੈਣੇ। ਇੱਕ ਤਾਂ ਵੈਲੋਸਿਟੀ ਦਾ ਉਹਦਾ ਕੰਪੋਨੈਂਟ ਆਏਗਾ ਹੌਰੀਜ਼ੌਂਟਲ, ਜਿਹੜਾ ਕਿ ਕਦੀ ਕੀ ਕਹਿਣ ਵਾਲਾ ਸੀ ਮੈਂ, ਚੇਂਜ ਨਹੀਂ ਹੁੰਦਾ, ਜਿਹੜਾ ਚੇਂਜ ਨਹੀਂ ਹੁੰਦਾ ਕਦੀ। ਤੇ ਜਿਹੜਾ ਵਰਟੀਕਲ ਕੰਪੋਨੈਂਟ ਆ ਉਹ ਚੇਂਜ ਹੋ ਜਾਂਦਾ ਆ ਗ੍ਰੈਵਿਟੀ ਦੇ ਕਰਕੇ, ਉਹ ਕੰਪੋਨੈਂਟ ਘਟ ਜਾਂਦਾ ਥੋੜਾ ਮੰਨ ਲਓ। ਹੁਣ ਉਹ ਜਿਹੜੇ ਕੰਪੋਨੈਂਟਸ ਨੇ, ਜਿਹੜੇ ਇਹਦੇ ਕੰਪੋਨੈਂਟ ਪੋਜੀਸ਼ਨ ਦੇ ਕੰਪੋਨੈਂਟ ਬੜਾ ਵਧੀਆ ਆਪਾਂ x ਤੇ y ਕਹਿ ਦਿੰਦੇ ਆ, ਤਾਂ ਵੈਲੋਸਿਟੀ ਵੀ ਪੂਰੀ ਓਵਰਆਲ ਵੈਲੋਸਿਟੀ ਹੋਏਗੀ, ਓਵਰਆਲ ਵੈਲੋਸਿਟੀ ਉਹ ਆ ਹੋਏਗੀ ਨਾ ਇਹਨਾਂ ਦੋਨੋਂ ਕੰਪੋਨੈਂਟ ਦਾ ਸਮ। ਤਾਂ ਉਸ ਆ ਕੰਪੋਨੈਂਟ ਦਾ ਨਾਮ ਆਪਾਂ x ਤੇ ਡਾਇਰੈਕਸ਼ਨ ਚ x ਤੇ y ਡਾਇਰੈਕਸ਼ਨ y ਰੱਖ ਲਾਂਗੇ। ਤਾਂ ਵੈਲੋਸਿਟੀ ਦਾ x ਕੰਪੋਨੈਂਟ ਜਿਹੜਾ ਆਏਗਾ ਉਹਦੇ ਲਈ ਬਹੁਤ ਹੀ ਮਿਹਨਤ ਨਹੀਂ ਕਰਨੀ ਪੈਂਦੀ, ਪਤਾ ਹੈ ਉਹ ਕੀ ਹੁੰਦਾ ਹੈ, ਬਦਲਦਾ ਹੀ ਨਹੀਂ ਜਦੋਂ। ਤੇ ਵੈਲੋਸਿਟੀ ਦਾ y ਕੰਪੋਨੈਂਟ ਜਿਹੜਾ ਹੁੰਦਾ ਆ ਕੱਲਾ ਹੀ ਹੁੰਦਾ ਹੈ, ਤੇ ਟਾਈਮ ਨਾਲ ਮਲਟੀਪਲਾਈ ਨਹੀਂ ਕਰਨਾ, ਵੈਲੋਸਿਟੀ ਹੈ ਬਸ। ਤੇ ਜਿਹੜਾ y ਕੰਪੋਨੈਂਟ ਹੈ ਉਹਦਾ ਮੈਗਨੀਟਿਊਡ ਕਿੰਨਾ ਆਏਗਾ, इनिशियल वेलोसिटी u sin theta plus acceleration into time आ y कंपोनेंट है ते आ x कंपोनेंट है। असल विच आ वाली भी जिवें जे मैं सिस्टमैटिकली चल रहा सी, जिहड़ा y लिखना सी मैं y एन लिखना सी, क्योंकि मैं पेन इसलिए यूज कर रहा सी वखरे कि y की आएगा इनिशियल वेलोसिटी प्लस हाफ एक्सेलरेशन टी स्क्वायर, ये आ गया सी अपना समझ लगी गल। ते पक्की जिहड़ी वेलोसिटी आएगी प्रॉपर वेलोसिटी, वो वेलोसिटी नु किवें रिप्रेजेंट करांगा, वो इस vx कंपोनेंट दा i कैप vy दा j कैप होएगा। j कैप होएगा ते इस दा देयरफॉर इधर जे मैग्नीट्यूड कटना होवे v दा नेट वेलोसिटी दा, ओदा फिर की आएगा दसो गल पता लगी कि नहीं हुण लग गई सर। मैं बाद विच ये समझा रहा सी तेनू बई आ जिहड़ा y है एदा ही डेरिवेटिव करके देख तेनू आ मिल जाना v y। हाँ जी सर, हाँ जी लग गया। टाइम आ मिल जाना, ਇਹਦੇ ਡੈਰੀਵੇਟਿਵ ਕरेंगे dx by dt तो ਤੈਨੂੰ vx ਮਿਲੂਗਾ, ਇੱਥੇ dy by dt ਦਾ ਤੈਨੂੰ ਆ ਮਿਲੂਗਾ ਨੀਚੇ ਵਾਲਾ। हाँ जी, हाँ जी ਪਤਾ ਲੱਗੀ ਗੱਲ? हाँ जी सर, हाँ जी। ਅੱਛਾ ਐਕਸਲਰੇਸ਼ਨ ਤੱਕ ਕਿਵੇਂ ਪਹੁੰਚेंगी ਫਿਰ ਆ ਦੱਸ। सर वेलोसिटी डेरिवेटिव कर देंगे t ਨਾਲ। ਹਾਂ ਵੈਲੋਸਿਟੀ ਡੈਰੀਵੇਟਿਵ ਕਰ ਦੇਂਗੇ। ਹੁਣ ਮੈਂ ਕਰ ਦਿੰਦਾ ਤੈਨੂੰ ਇੱਥੇ ਦੱਸ ਦਿੰਦਾ ਐਕਸਲਰੇਸ਼ਨ। ਆ ਦੇਖ ਇਹਦੇ ਲਈ ਮੈਂ ਪੈਰਟ ਕਲਰ ਦਾ ਪੈਨ ਯੂਜ਼ ਕਰ ਰਿਹਾ, ਇੱਥੇ ਮੈਂ ਰਫ ਚ ਇੱਥੇ ਲਿਖਦਾ ਬਹੁਤ ਛੋਟੇ ਜਿਹੇ ਵਿੱਚ ਹੀ ਐਕਸਲਰੇਸ਼ਨ ਕਵਰ ਕਰਦਾ। ਆ ਵੈਲੋਸਿਟੀ ਹੈ, ਇਹਨੂੰ ਚੱਕੋ, ਇਹਦਾ ਡੈਰੀਵੇਟਿਵ ਕਰੋ ਤਾਂ ਤੈਨੂੰ ਐਕਸਲਰੇਸ਼ਨ ਦਾ x ਕੰਪੋਨੈਂਟ ਮਿਲ ਜੂਗਾ। ਤੇ ਇਹਦਾ ਡੈਰੀਵੇਟਿਵ ਕਰਾਂਗੇ ਵਿਦ ਰਿਸਪੈਕਟ ਟੂ ਟਾਈਮ, ਇਹਦਾ ਕਾਂਸਟੈਂਟ ਆ ਵੀ ਕਾਂਸਟੈਂਟ ਹੈ, ਕਾਂਸਟੈਂਟ ਦਾ ਡੈਰੀਵੇਟਿਵ ਕੀ ਹੁੰਦਾ? 0।
ਵੈਸੇ ਵੀ ਜਦੋਂ ਹੌਰੀਜ਼ੌਂਟਲੀ ਵੈਲੋਸਿਟੀ ਬਦਲਦੀ ਨਹੀਂ ਤਾਂ ਐਕਸਲਰੇਸ਼ਨ ਜ਼ੀਰੋ ਹੀ ਆਣੀ ਸੀ। ਹਾਂਜੀ ਇਹਨੂੰ ਚੈੱਕ ਇਸ ਦਾ ਇਹ ਆ ਵੈਲੋਸਿਟੀ ਦਾ ਇਹਦਾ ਵੀ ਕਰ ਦੋ ਡੀ vy ਬਾਈ dt ਦਾ ਐਕਸਲਰੇਸ਼ਨ ਦਾ vy ਕੰਪੋਨੈਂਟ ਆਇਆ ਨਾ ਇਹਦਾ ਕੰਪੋਨੈਂਟ ਆਇਆ ਨਾ ਦੇਖ -g ਓਨਲੀ ਕਿਉਂਕਿ ਇਹ ਕਾਂਸਟੈਂਟ ਹੈ ਇਹਦਾ ਜ਼ੀਰੋ ਹੈ ਨਾ -g ਓਨਲੀ t ਦਾ ਡੈਰੀਵੇਟਿਵ 1 ਹੋਣਾ ਤੇ ਪੂਰੀ ਐਕਸਲਰੇਸ਼ਨ ਓਵਰਆਲ ਕੀ ਆਊਗੀ a ਵੈਕਟਰ is equal to ax I cap in 0 I cap minus g j cap पता लगी गल ते एक्सेलरेशन ਹਾਂਜੀ ਸਰ एम्पलीट्यूड सर, क्या इत्थे है जेह्ड़ा सारा g आएगा बस ओवरऑल पूरी एक्सेलरेशन ਸਰ ਇੱਥੇ ਆਪਾਂ ਜਿਹੜੀ ਮੋਸ਼ਨ ਦੀ ਗੱਲ ਕਰ ਰਹੇ ਹਾਂ ਅਸੀਂ ਆਪਾਂ ਉੱਥੇ ਤੱਕ ਲੈ ਰਹੇ ਹਾਂ ਜਦੋਂ ਤੱਕ ਉਹ ਮੈਕਸਿਮਮ ਹਾਈਟ ਅਟੇਨ ਕਰੇਗਾ ਜਾਂ ਫਿਰ ਉਸ ਤੋਂ ਬਾਅਦ ਵਾਲਾ ਵੀ ਲੈ ਰਹੇ ਹਾਂਗੇ। नहीं उस तो बाद वाला पहला वाला सारा बिच ही आ गया है देखो सर फिर तो जी माइनस क्यों आई अपनी एक्सेलरेशन ਦੀ ਨੀਚੇ ਵਾਲੀ ਤਾਂ ਪਲੱਸ ਹੀ ਹੋਊਗੀ ਨਾ ਜੀ। तो टाइम पुट करेंगे ना जो ਇੱਥੇ ਪਹਿਲੀ ਗੱਲ ਤਾਂ ਹੈ ਕਿ ਜਦੋਂ ਆਪਾਂ ਇੱਥੇ ਦੀ ਗੱਲ ਕਰਦੇ ਆ ਆਪਾਂ ਇਸ ਆ ਹਾਫ ਮੋਸ਼ਨ ਦੇ ਲਈ ਸਾਰੀ ਚੀਜ਼ਾਂ ਯੂਜ਼ ਕੀਤੀਆਂ -g ਸਭ ਹੈ ਨਾ ਹਾਂਜੀ ਇੱਥੋਂ ਲੈ ਕੇ ਇੱਥੇ ਤੱਕ ਆਪਾਂ ਇੱਕ ਮੋਸ਼ਨ ਕੰਸੀਡਰ ਕਰਦੇ ਆ ਜੇ ਆਪਾਂ ਨੂੰ ਅੱਗੇ ਦੇ ਮੋਸ਼ਨ ਦੀ ਲੋੜ ਹੋਵੇ ਤਾਂ ਆਪਾਂ ਉਹਦੇ ਲਈ ਇੱਥੋਂ ਫਿਰ ਇਨੀਸ਼ੀਅਲ ਵੈਲੋਸਿਟੀ ਨੂੰ u sin θ ਨਹੀਂ ਲੈਂਦੇ ਇਨੀਸ਼ੀਅਲ ਵੈਲੋਸਿਟੀ ਨੂੰ ਕੀ ਲੈਣੇ ਜ਼ੀਰੋ ਲੈ ਲੈਂਦੇ ਆ। ਜ਼ੀਰੋ ਲੈ ਲੈਂਦੇ ਆ Zero। ਤੇ ਅੱਗੇ ਲਈ ਸਾਰੀ ਇਕੁਏਸ਼ਨ ਮੋਡੀਫਾਈ ਕਰਕੇ ਸਿਰਫ ਕਾਈਨੈਟਿਕ ਦਾ ਯੂਜ਼ ਕਰਦੇ ਆ ਆਪਾਂ ਕਿਹੜਾ ਕੁਝ ਹੋਰ ਕਰਦੇ ਆ स्ट्रेट लाइन मोशन वाले सर रिजल्ट लगा के कर लेंगे ठीक है गल हाँ जी ਹੁਣ ਇੱਕ ਹੋਰ ਗੱਲ ਦੇਖੋ ਸਰ ਹੁਣ ਪਤਾ ਲੱਗ ਗਈ ਗੱਲ ਸਾਰਿਆਂ ਨੂੰ ਕਹਿੰਦਾ ਯੋਗੇਸ਼ ਗੁਰਾਂਸ਼ ਐਂਡ ਆਲ ਦੈਟ ਜੋ ਵੀ ਕੋਈ ਕੁਐਸਚਨ ਪੁੱਛਣਾ ਹੋਵੇ ਕਲੀਅਰ ਹੋਈ ਗੱਲ ਹੁਣ ਯੈਸ ਸਰ ਹੁਣ ਮੈਂ ਇੱਕ ਬੇਸਿਕ ਜੀ ਛੋਟਾ ਜਿਹਾ ਫੰਡਾ ਇੱਕ ਪਾਣ ਲੱਗਾ ਵਿੱਚ ਐਡ ਕਰਨ ਲੱਗਾ ਬਸ ਉਹ ਇਹ ਹੈ ਕਿ ਜੇ ਉਹਦੀ ਵੈਲੋਸਿਟੀ ਕਿਸੇ ਮੋਮੈਂਟ ਤੇ ਮੰਨ ਲਓ ਆ v ਆ ਗਈ ਉਹਦਾ vx ਕੰਪੋਨੈਂਟ ਤੁਹਾਨੂੰ ਪਤਾ ਹੈ ਤੇ vy ਕੰਪੋਨੈਂਟ ਵੀ ਤੁਹਾਨੂੰ ਪਤਾ ਹੈ ਤੇ ਵੈਲੋਸਿਟੀ ਦਾ ਆਪਾਂ ਹੌਰੀਜ਼ੌਂਟਲ ਨਾਲ ਐਂਗਲ ਦੱਸਣਾ ਹੁੰਦਾ ਮੰਨ ਲਓ ਅਲਫਾ ਮੰਨ ਲਓ ਤਾਂ tan ਅਲਫਾ ਕਿਹਦੇ ਬਰਾਬਰ ਆਉਂਦਾ ਹੈ ਵੈਲੋਸਿਟੀ ਦਾ y ਕੰਪੋਨੈਂਟ ਔਰ ਵੈਲੋਸਿਟੀ ਦਾ x ਕੰਪੋਨੈਂਟ ਕਲੀਅਰ ਹੈ ਗੱਲ ठीक है ना गल क्योंकि हाँ जी सर भी परपेंडिकुलर सीधा ही हाँ जी ਤੇ ਹੌਰੀਜ਼ੌਂਟਲ ਨਾਲ ਐਂਗਲ ਦੱਸਦੇ ਆ ਆਪਾਂ ਵੈਲੋਸਿਟੀ ਕਿਉਂਕਿ ਹੌਰੀਜ਼ੌਂਟਲ ਨਾਲ ਹੀ ਪਹਿਲਾ ਐਂਗਲ ਤੁਹਾਡਾ ਸੀਗਾ ਥੀਟਾ ਹੁਣ ਵੈਲੋਸਿਟੀ ਜਦੋਂ ਥੋੜੀ ਚੁੱਕੇਗੀ ਤਾਂ ਉਹਦਾ ਕੰਪੋਨੈਂਟ ਦਾ ਐਂਗਲ ਬਦਲੇਗਾ ਨਾ ਅਲਫਾ ਹੋ ਜਾਏਗਾ ਫਿਰ ਹੋ ਰਿਹਾ ਹੋ ਜਾਏਗੀ ਫਿਰ ਇਹ ਹੋ ਜਾਏਗੀ ਫਿਰ ਇਹ ਹੋ ਜਾਏਗੀ ਤਾਂ ਉਹਦਾ ਐਂਗਲ ਹੋਣਾ ਸ਼ੁਰੂ ਹੋ ਜਾਏਗਾ ਹੌਰੀਜ਼ੌਂਟਲ ਨਾਲ ਤਾਂ ਹੌਰੀਜ਼ੌਂਟਲ ਨਾਲ ਐਂਗਲ ਉਹਦਾ ਹਰ ਮੂਵਮੈਂਟ ਤੇ ਬਦਲੇਗਾ ਤੇ ਉਹਦੇ ਲਈ ਆਪਾਂ ਉਦੋਂ ਹਰ ਮੂਵਮੈਂਟ ਤੇ ਐਂਗਲ ਵੀ ਪਤਾ ਕਰ ਸਕਦੇ ਹੋ tan of vy over tan of of vx ਹੋਏਗਾ vy ਹੁਣੀ ਆਪਾਂ ਕੀਤਾ तो tan अल्फा ਦਾ ਬੇਸਿਕਲੀ ਫਾਰਮੂਲਾ ਆਏਗਾ u sin theta minus gt over u cos theta this will be tan of alpha where alpha is the angle of the velocity vector with horizontal at any time so ਇਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਅੱਛਾ ਤੇ ਹੁਣ at any time ਹੈ ਤਾਂ after time t capital T ਕੀ ਹੋਏਗਾ capital T ਕਿੰਨਾ ਹੁੰਦਾ ਦੱਸੋ टाइम ऑफ फ्लाइट टोटल टाइम ऑफ टोटल फ्लाइट ना ਤਾਂ ਇੱਥੇ ਲਿਖਦੇ tan ਅਲਫਾ ਕਿੰਨਾ ਆਏਗਾ ਵੈਲੋਸਿਟੀ ਦਾ ਵੈਕਟਰ ਦਾ ਐਂਗਲ ਕਿੰਨਾ ਬਣੇਗਾ ਪੁੱਟ ਕਰੂੰਗਾ ਨਾ ਮੇਰੇ t ਦੀ ਜਗ੍ਹਾ ਤੇ g ਨਾ जी कटेगा किनारे का ऊपर माइनस tan थीटा आ गया और माइनस रूट tan थीटा के अंदर लिया अल्फा किनारे का माइनस थीटा ਇਹਦਾ ਮਤਲਬ ਪਤਾ ਕੀ ਹੈ ਜਦੋਂ ਇਹ ਪਾਰਟੀਕਲ ਇੱਥੇ ਆਏਗਾ ਨਾ ਇੱਥੇ ਦੀ ਵੈਲੋਸਿਟੀ ਹੋਏਗੀ ਫਾਈਨਲ ਵਾਲੀ ਉਹਦਾ ਐਂਗਲ ਕਿੰਨਾ ਬਣੇਗਾ ਹੌਰੀਜ਼ੌਂਟਲ ਨਾਲ ਥੀਟਾ ਪਰ ਨੀਚੇ ਨੂੰ ਬਣੇਗਾ ਮਾਈਨਸ ਥੀਟਾ ਮਤਲਬ ਇਹ ਹੈ ਜਿੰਨਾ ਥੀਟਾ ਉੱਪਰ ਨੂੰ ਬਣ ਰਿਹਾ ਸੀ ਇੱਥੇ ਆ ਐਂਗਲ ਉਨਾ ਹੀ ਉਹਦੀ ਵੈਲੋਸਿਟੀ ਜੋ ਫਾਈਨਲ ਟਕਰਾਏਗਾ ਗਰਾਊਂਡ ਨਾਲ ਤਾਂ ਨੀਚੇ ਨੂੰ ਟਕਰਾਏਗਾ ਨਾ ਉਹ ਨੀਚੇ ਨੂੰ ਬਣੇਗਾ ਸਾਰੀ ਇਨਫੋਰਮੇਸ਼ਨ ਜੈਸੇ ਤੁਹਾਨੂੰ ਦਿਖਾ ਰਿਹਾ ਕਿ ਉਹਦੇ ਚੋਂ ਹੀ ਆਉਂਦੀ ਹੈ ਤੇ ਇੱਕ ਜਿਹੜਾ ਬਹੁਤ ਈਜ਼ੀ ਹੈ ਵੈਰੀ ਈਜ਼ੀ ਹੈ ਮੈਂ ਹੁਣ ਇਹਦੇ ਵਿੱਚ ਹੀ ਉਹਨੂੰ ਸਮਅਪ ਕਰਨ ਜਾ ਰਿਹਾ ਕਿ ਉਹ ਹੈਗਾ ਜੇ ਆਪਣਾ ਪ੍ਰੋਜੈਕਟਾਈਲ ਪਹਿਲਾਂ ਹੀ ਹਾਈਟ h ਤੋਂ ਨੀਚੇ ਸੁੱਟਿਆ ਮੰਨ ਲਓ ਹਾਈਟ h ਹੈ ਠੀਕ ਹੈ
ਤੇ ਇੱਥੋਂ ਪਾਰਟੀਕਲ ਹੌਰੀਜ਼ੌਂਟਲੀ ਪ੍ਰੋਜੈਕਟ ਕੀਤਾ ਯੂ ਤੇ, ਉਹ ਇੱਥੋਂ ਆ ਕੇ ਗਿਰੇਗਾ ਇੱਥੇ। ਇਹਦੀ ਰੇਂਜ ਹੋਏਗੀ ਆਰ ਮੰਨ ਲਓ ਇਸ ਕੇਸ ਦੇ ਵਿੱਚ, ਤੇ ਇਹਦੀ ਮੈਕਸਿਮਮ ਹਾਈਟ ਹੋਏਗੀ ਕਿ ਨਹੀਂ ਹੋਏਗੀ, ਉਹ ਤਾਂ ਗਿਵਨ ਹੀ ਹੋਏਗੀ। ਸੋ ਹਾਈਟ ਦਾ ਚ ਗਿਵਨ ਹੀ ਹੈ ਨਾ, ਕਿੰਨੀ ਹਾਈਟ ਤੋਂ ਛੁੱਟਿਆ। ਤੇ ਹੌਰੀਜ਼ੌਂਟਲ ਮੋਸ਼ਨ ਇਹਦਾ ਵੀ ਉਹੀ ਹੋਏਗਾ ਤੇ ਵਰਟੀਕਲ ਮੋਸ਼ਨ ਇਹਦਾ ਵੀ ਹੋਏਗਾ, ਪਰ ਇਹਦੇ ਵਰਟੀਕਲ ਮੋਸ਼ਨ ਚ ਜੀ ਦੀ ਵੈਲਿਊ ਹਮੇਸ਼ਾ ਪਲੱਸ ਜੀ ਲਓ। ਸੋ ਹੁਣ ਤੁਸੀਂ ਦੇਖੋ ਇਹਦੇ ਵਿੱਚ ਜੇ ਆਪਾਂ ਇਹਦੀ ਗੱਲ ਕਰੀਏ ਐਚ ਡੀ ਤੇ ਮੰਨ ਲਓ ਟਾਈਮ ਆਫ ਫਲਾਈਟ ਆਪਾਂ ਟੀ ਲੈ ਲਈਏ, ਤਾਂ ਆਪਾਂ ਇਹਨੂੰ ਕਿਵੇਂ ਕਵਰ ਕਰਾਂਗੇ। ਇਹ ਮੈਂ ਹੁਣ ਜਿੰਨਾ ਕੁ ਟਾਈਮ ਹੈਗਾ, ਥੋੜੇ ਟਾਈਮ ਰਹਿ ਗਿਆ, ਮੈਂ ਤੁਹਾਨੂੰ ਉਹ ਦਿਖਾਣਾ ਉਹ 'ਚ ਕਿ ਤੁਸੀਂ ਇਹਨੂੰ ਕਿਵੇਂ ਕਰਨਾ ਹੈ। ਬਹੁਤ ਸੌਖਾ ਹੈ ਇਹਦੇ 'ਚ, ਕਿਉਂਕਿ ਆਪਾਂ ਔਖਾ ਵਾਲਾ ਕਰ ਲਿਆ ਤੇ ਹੁਣ ਸੌਖਾ ਹੀ ਹੈ ਕੰਮ, ਬਲਕਿ ਇੱਥੇ ਨਹੀਂ। ਇਹ 'ਚ ਮੈਂ ਪਾਣੇ ਭੁੱਲ ਗਿਆ ਮੇਰੇ, ਮੈਂ ਤੁਹਾਨੂੰ ਭੇਜੀ ਹੋਈ ਹੈ PDF, ਉਹ 'ਚ ਦੇਖਿਆ ਹੈ। ਤਾਂ ਮੈਂ ਤੁਹਾਨੂੰ ਥੋੜਾ ਜਿਹਾ ਆਈਡੀਆ ਦਿੰਦਾ ਸਿਰਫ ਫਿਲਹਾਲ, ਨਹੀਂ ਤਾਂ ਸ਼ਾਮ ਨੂੰ ਇੱਥੇ ਦੁਬਾਰਾ ਗੱਲ ਕਰਦੇ ਹਾਂ। ਚਲੋ ਕੋਈ ਗੱਲ ਨਹੀਂ, ਸ਼ਾਮ ਨੂੰ ਆਪਾਂ ਮਿਲਣਾ ਹੀ ਹੈ। ਤਾਂ ਇੱਥੋਂ ਆਪਾਂ ਅੱਗੇ ਸ਼ਾਮ ਨੂੰ ਕਰਦੇ ਹਾਂ ਇਸ ਵਾਲੇ ਵਰਟੀਕਲ ਵਾਲੇ, ਸੌਰੀ ਹੌਰੀਜ਼ੌਂਟਲ ਪ੍ਰੋਜੈਕਸ਼ਨ ਵਾਲੇ ਤੇ ਥੋੜਾ ਜਿਹਾ ਸੈਂਟਰੀਪੀਟਲ ਐਕਸੈਲਰੇਸ਼ਨ ਬਾਰੇ ਗੱਲ ਕਰਾਂਗੇ। ਅੱਜ ਸ਼ਾਮ ਨੂੰ ਆਪਾਂ ਇਹ ਮੁਕਾਣਾ ਹੀ ਹੈ ਤੇ ਨਾਲ ਥੋੜੀ ਪ੍ਰੋਬਲਮ ਲੈਣੀ ਹੈ ਥੋੜੀ। ਸੋ 4 ਵਜੇ ਮਿਲਦੇ ਆ ਸਾਰੇ।